ਸਾਡੇ बहुत ही सत्कारयोग प्रिंसीपल डॉक्टर धर्मिंदर सिंह उब्बा जी, IQSC कन्वीनर मैडम जसलीन मैम, मैडम हरविंदर, वाइस प्रिंसीपल, किरत क्लब के समूह इंचार्ज साहबान ਅਤੇ प्यारे विद्यार्थियों, फतेह दी सांझ करो पहला। वाहिगुरू जी का खालसा, वाहिगुरू जी की फतेह। सारे पंजाबी जगत लई अज दा जिहड़ा इह शुभ दिहाड़ा है भाई वीर सिंह दा आपां मना रहे हैं 150 साला, उस दियां सब नूं लख लख जिहड़ियां ने मुबारकां पेश करदा मैं। ते आपां सारे भाई वीर सिंह बारे तकरीबन जानते हैं कि उन्होंने जो पंजाबी साहित्य जो उन्हों का वडमुला योगदान रहा है, पहले आपां जिवें आपां कह दईए मोढी पंजाबी जगत दे जां आपां कह दईए पंजाबी साहित्य दे, जिन्हां ने नावल के खेतर च नाटक, कहानियां, जीवनियां, चमत्कार, जो भी जिन्ना भी आपां मतलब साहित्य लिटरेचर पढ़ते हैं, उस सब तो वड्डा आपां जिहड़ा आपां मुੱਢ जिवें आपां कवितावां दा कह दईए ਉਹ ਭਾਈ ਵੀਰ ਸਿੰਘ ਤੋਂ ਜਿਹੜੀ ਹੈਗੀ ਆ ਉਹ ਸ਼ੁਰੂਆਤ ਹੁੰਦੀ ਹੈ। ਅੱਜ ਦੇ ਇਸ ਸ਼ੁਭ ਦਿਹਾੜੇ ਦੇ ਜਿਹੜੇ ਆਪਣੇ ਮੁੱਖ ਵਕਤਾ ਨੇ ਡਾਕਟਰ ਦਵਿੰਦਰ ਸਿੰਘ ਪੰਜਾਬੀ ਵਿਭਾਗ, ਉਹ ਆਪਾਂ ਨੂੰ ਭਾਈ ਵੀਰ ਸਿੰਘ ਦੇ ਜਿਹੜਾ ਉਹਨਾਂ ਦਾ ਜੀਵਨ ਕਾਲ ਜਾਂ ਉਹਨਾਂ ਦੀਆਂ ਜੋ ਰਚਨਾਵਾਂ ਨੇ ਜਾਂ ਉਹਨਾਂ ਦੀ ਇੱਕ ਜਿਹੜੀ ਸਿੱਖ ਸਿਧਾਂਤਕ ਫਿਲਾਸਫੀ ਜਾਂ ਇੱਕ ਸਿੱਖ ਸਮਾਜ ਨੂੰ ਜੋ ਆਪਾਂ ਕਹਿ ਸਕਦੇ ਹਾਂ ਕਿ ਸੁਨੇਹਾ ਦਿੱਤਾ ਸੀਗਾ, ਉਸ ਬਾਰੇ ਆਪਣੇ ਜਿਹੜੇ ਹੈਗੇ ਨੇ ਉਹ ਵਿਚਾਰ ਸਾਂਝੇ ਕਰਨਗੇ। मंच ते विराजमान प्रिंसीपल साहिब, डिप्टी प्रिंसीपल, वाइस प्रिंसीपल, किरत क्लब के समूह इंचार्ज साहबान ते प्यारे विद्यार्थियों, वाहिगुरू जी का खालसा, वाहिगुरू जी की फतेह। बहुत खुशी वाली गल है कि पंजाबी साहित्य जगत के पितामह, जे मैं ये कहा कि आधुनिक युग दे विच जिन्हां दे पद चिन्हां ते चल के असीं तुरना सिੱਖਿਆ, ਜਾਂ कह लो कि आधुनिक युग विच जिन्हां दे पिछे लग के असीं हिस्ट्री च मार्चिंग करनी सीखी, अज उस युग पुरुष दा 150वां जन्म दिहाड़ा जिहड़ा है असीं अज रल के मना रहे हां। इस जन्म दिहाड़े नूं मनाउण दा मकसद उस गल ते भी है कि उन्हां दे पाए होए पूरने की सी, की असी उन्हां राहां ते चल रहे हां, की किते कोई खड़ोता नहीं आई, की किते सानू अपने इतिहास दा जिहड़ा उन्हां दे नाल जिहड़ा असी सफर कीता ओदे पिछे मन दे विच कुछ शंके ते नहीं खड़े हो गए जी। वो सारा कुछ भी है, ओदी चर्चा जिहड़ी है मेरे लेक्चर दा विषय रहेगी। भाई वीर सिंह दा जन्म 5 ਦਸੰਬਰ 1872 ਨੂੰ ਅੰਮ੍ਰਿਤਸਰ ਵਿੱਚ ਹੁੰਦਾ ਹੈ। ਉਹ ਸਮਾਂ ਪੰਜਾਬੀ ਜਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਜਾਂ ਐ ਕਹ ਲਓ ਕਿ ਅਸੀਂ ਇੱਕ ਇਹੋ ਜਿਹੀ ਤਰਜੇ ਜ਼ਿੰਦਗੀ ਨਾਲ ਵਾਹ ਵਾਸਤਾ ਹੋ ਰਹੇ ਸੀ ਜਿਹਦੇ ਅਸੀਂ ਆਦੀ ਨਹੀਂ ਸੀ। ਭਾਈ ਵੀਰ ਸਿੰਘ ਦੇ ਪਿਛੋਕੜ ਦੇ ਵਿੱਚ ਪੰਜਾਬੀ ਸਾਹਿਤ ਦਾ ਇੱਕ ਸੁਨਹਿਰੀ ਯੁੱਗ ਕੱਢਿਆ, ਜਿਹਨੂੰ ਅਸੀਂ ਮੱਧਕਾਲ ਕਹਿੰਦੇ ਹਾਂ, ਜਾਂ ਕਹ ਲਓ ਕਿ ਬਾਬਾ ਫਰੀਦ ਤੋਂ ਲੈ ਕੇ ਤੇ ਗੁਲਾਮ ਫਰੀਦ ਲਗਭਗ 1850 ਈਸਵੀ ਤੱਕ ਦਾ ਸਫ਼ਰ ਜਿਹੜਾ ਹੈ ਉਹ ਸਾਡੇ ਪੰਜਾਬੀ ਸਾਹਿਤ ਤੇ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਉਹਦੇ ਵਿੱਚ ਇਤਿਹਾਸਕ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਉਥਲ-ਪੁਥਲ ਵੀ ਹੁੰਦੀ ਰਹੀ, ਪਰ ਸਾਹਿਤਕ ਤੌਰ ਦੇ ਉੱਤੇ ਇੱਕ ਵੱਡਾ ਮਿਆਰ ਜਿਹੜਾ ਸੀ ਅਸੀਂ ਸਥਾਪਿਤ ਕੀਤਾ, ਜਿਹਦੇ ਪਿੱਛੇ 4 ਪ੍ਰਮੁੱਖ ਜਿਹੜੀਆਂ ਧਾਰਾਵਾਂ ਨੇ ਉਹ ਕੰਮ ਕਰਦੀਆਂ ਸੀ। ਇੱਕ ਤਾਂ ਸੀ ਗੁਰਮਤਿ ਕਾਵਿਧਾਰਾ, ਜਿਹਦਾ ਆਰੰਭ ਬਾਬਾ ਫਰੀਦ ਤੋਂ ਆਰੰਭ ਹੋ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਉਸ ਤੋਂ ਬਾਅਦ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਜਿਹੜੀ ਹੈ ਦੇਣ ਤੱਕ ਆਪਣਾ ਸਫ਼ਰ ਜਿਹੜਾ ਹੈ ਉਹ ਮੁਕੰਮਲ ਕਰ ਲੈਂਦੀ ਹੈ। ਤੇ ਜਦੋਂ ਉਹਨੇ ਆਪਣਾ ਸਫ਼ਰ ਮੁਕੰਮਲ ਕਰ ਲਿਆ, ਫਿਰ ਉਸ ਦਾ ਅੱਗੇ ਉਸ ਰੂਪ ਦੇ ਵਿੱਚ ਪ੍ਰਵਾਹਮਾਨ ਜਿਹੜਾ ਸੀ ਉਹ ਨਹੀਂ ਹੋਈ। ਦੂਸਰੀ ਕਾਵਿਧਾਰਾ ਸੂਫੀ ਕਾਵਿਧਾਰਾ ਸੀ, ਉਹਦਾ ਆਰੰਭ ਵੀ ਬਾਬਾ ਫਰੀਦ ਤੋਂ ਹੀ ਹੁੰਦਾ ਹੈ ਤੇ ਉਹ ਬਾਬਾ ਫਰੀਦ ਪਹਿਲੇ ਸੂਫੀ ਨੇ। ਉਸ ਤੋਂ ਬਾਅਦ ਚ ਸ਼ਾਹ ਹੁਸੈਨ, ਬੁੱਲੇ ਸ਼ਾਹ, ਸ਼ਾਹ ਸਰਫ, ਸੁਲਤਾਨ ਬਾਹੂ, ਗੁਲਾਮ ਫਰੀਦ, ਕਿੰਨੀ ਲੰਬੀ ਲੜੀ ਹੈ ਸਾਡੇ ਕੋਲ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਸਾਹਿਤ ਰਚਨਾ ਕੀਤੀ। ਜਿੱਥੇ ਬਾਬਾ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ ਤੱਕ ਇਸ ਕਾਵਿਧਾਰਾ ਨੇ ਇੱਕ ਆਪਣਾ ਵੱਡਾ ਮਿਆਰ ਸਥਾਪਿਤ ਕੀਤਾ, ਉੱਥੇ ਪਰ ਹੌਲੀ ਹੌਲੀ ਇਹ ਖਾਨਗਾਹਾਂ ਤੱਕ ਸੀਮਤ ਹੋਈ
ਇਹਦੇ ਵਿੱਚ ਕਈ ਤਰ੍ਹਾਂ ਦੀਆਂ ਅਲਾਮਤਾਂ ਨੇ ਐਂਟਰੀ ਵਾਲੀ, ਤੇ ਗੁਲਾਮ ਫਰੀਦ ਤੱਕ ਪਹੁੰਚਦਿਆਂ ਇਹ ਖਾਨਗਾਹਾਂ ਤੱਕ ਸੀਮਤ ਹੋ ਕੇ ਰਹਿ ਗਈ। ਤੀਜੀ ਵੱਡੀ ਪਰੰਪਰਾ ਸੀ ਸਾਡੇ ਕੋਲ ਕਿੱਸਾ ਕਵਿਤਾ ਦੀ, ਜਿਹੜੀ ਕਿ ਦਮੋਦਰ ਦੀ ਹੀਰ ਦੇ ਨਾਲ ਆਰੰਭ ਹੁੰਦੀ ਹੈ। ਉਸ ਤੋਂ ਬਾਅਦ ਵਿੱਚ ਮੁਕਬਲ ਹੈ, ਵਾਰਿਸ ਸ਼ਾਹ ਹੈ, ਹਾਸ਼ਮ ਹੈ, ਕਾਦਰਜਾਰ ਹੈ, ਲੰਬੀ ਲੜੀ ਹੈ ਸਾਡੇ ਕੋਲ ਉਹਨਾਂ ਦੀ। ਤਾਂ ਆਰੰਭਲੇ ਦੌਰ ਦੇ ਵਿੱਚ ਇਹ ਬਹੁਤ ਜ਼ਿਆਦਾ ਕਹਿ ਲਓ ਕਿ ਸਮਾਜਿਕ ਸ਼ਾਇਸਤੀ ਵਾਲੀ ਜਿਹੜੀ ਆ ਕਾਵਿਧਾਰਾ ਸੀ, ਜਿਹਦੇ ਵਿੱਚ ਜੇ ਕਹਿ ਲਓ ਕਿ ਪੰਜਾਬ ਦੀ ਉਸ ਸਮੇਂ ਦੀ ਕਹਿੰਦੇ ਜੇ ਕਿਸੇ ਨੇ ਤਸਵੀਰ ਵੇਖਣੀ ਆ ਤਾਂ ਵਾਰਿਸ ਸ਼ਾਹ ਦੀ ਹੀਰ ਪੜ੍ਹੀ ਜਾ ਸਕਦੀ ਹੈ। ਉਹ ਕੱਲੀ ਕਿਤਾਬ ਹੀ ਇੰਨੀ ਜ਼ੋਰਾਵਰ ਹੈ, ਉਹਨਾਂ ਦੇ ਗ੍ਰੰਥ ਜਿਹੜਾ ਕਿ ਉਹ ਸਾਰੇ ਦੇ ਸਾਰੇ ਪੰਜਾਬ ਦੀ ਸਮੁੱਚੀ ਤਸਵੀਰ ਜਿਹੜੀ ਇੱਕ ਵਾਰ ਸਾਹਮਣੇ ਲਿਆ ਕੇ ਪੇਸ਼ ਕਰ ਦਿੰਦਾ ਹੈ। ਪਰ ਇਹ ਕਾਵਿਧਾਰਾ ਵੀ ਭਗਵਾਨ ਸਿੰਘ ਦੀ ਹੀਰ ਤੱਕ ਪਹੁੰਚਦਿਆਂ ਕੇਵਲ ਤੇ ਕੇਵਲ ਜਵਾਨੀ ਦੇ ਔਲਾਦ ਦੇ ਵਿੱਚ ਉੱਠੇ ਹੋਏ ਸੁਹ ਸਵਾਦਾਂ ਤੱਕ ਜਦੋਂ ਸੀਮਤ ਹੋ ਗਈ ਤਾਂ ਇਹਨੇ ਇੱਕ ਸਮਾਜਿਕ ਅਲਹਿਦਗੀ ਧਾਰਨ ਕਰ ਲਈ। ਪੰਜਾਬੀ ਵਕਤੇ ਨੇ ਇਹਦੇ ਤੋਂ ਮੁੱਖ ਮੋੜ ਲਿਆ। ਅਗਲੀ ਕਾਵਿਧਾਰਾ ਸੀ ਜਿਹੜਾ ਵੀਰ ਕਾਵਿ। ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਧਰਤੀ ਦੇ ਵੱਖਰੇ ਵੱਖਰੇ ਖਿੱਤਿਆਂ ਦੇ ਵਿੱਚ ਆਪਣੇ ਸੂਰਬੀਰਾਂ ਨੂੰ ਜਿਹੜੀ ਸਾਂਭਣ ਦੀ ਪਰੰਪਰਾ ਆ ਉਹ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਕਲਚਰ ਦੇ ਮੁਤਾਬਕ ਹੁੰਦੀ ਹੈ। ਅਸੀਂ ਆਪਣੇ ਸੂਰਬੀਰਾਂ ਦੀ ਯਾਦ ਵਿੱਚ ਬਹੁਤ ਵੱਡੇ ਸਮਾਰਕ ਨਹੀਂ ਉਸਾਰੇ, ਅਸੀਂ ਉਹਨਾਂ ਨੂੰ ਆਪਣੀ ਸਿਮਰਤੀ ਵਿੱਚ ਸਾਂਭਿਆ ਹੈ ਵਾਰਾਂ ਦੇ ਰੂਪ ਦੇ ਵਿੱਚ। ਉਹ ਅਜੇ ਵੀ ਸਾਡੇ ਕੋਲ ਉਸ ਰੂਪ ਦੇ ਵਿੱਚ ਲਗਾਤਾਰ ਚੱਲੇ ਆ ਰਹੇ ਆ। ਵਾਰ ਕਾਵਿ ਜਿਹੜਾ ਹੈ ਉਹ ਬਾਬਾ ਫਰੀਦ ਦੇ ਲਗਭਗ ਲੋਕਵਾਰਾਂ ਦੇ ਰੂਪ ਦੇ ਵਿੱਚ ਸਾਹਮਣੇ ਸਾਡੇ ਕੋਲ ਆਉਣਾ ਆਰੰਭ ਹੋ ਗਿਆ ਸੀ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਆਸਾ ਦੀ ਵਾਰ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਬਾਬੇ ਨਾਨਕ ਦੀ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਨੋਟ ਲਿਖਿਆ ਹੋਇਆ ਕਿ ਇਸ ਵਾਰ ਨੂੰ ਹਾਲਾਂਕਿ ਉਹ ਰਾਗ ਆਸਾ ਦੇ ਵਿੱਚ ਹੈ ਪਰ ਨਾਲ ਇਹ ਲਿਖਿਆ ਹੋਇਆ ਕਿ ਇਹਨੂੰ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਤੇ ਗਾਉਣਾ। ਇਹਦਾ ਮਤਲਬ ਕਿ 12 ਉਹ ਤੋਂ ਪਹਿਲੇ ਵੀ ਪ੍ਰਚਲਿਤ ਸੀਗੀਆਂ ਜਿਹਨਾਂ ਦੀ ਧੁਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਬਾਣੀਆਂ ਨੂੰ ਗਾਉਣ ਦਾ ਉਪਦੇਸ਼ ਕੀਤਾ ਗਿਆ। ਪਰ ਇਹ ਵਾਕਤਾਰਾ ਜੀ ਇੱਕ ਜਿਵੇਂ ਕਿ ਵੀਰ ਕਾਵਿ ਨੇ ਇੱਕ ਆਦਰਸ਼ ਸਥਾਪਿਤ ਕੀਤਾ ਕਿ ਉਹਨੇ ਇੱਕ ਇਹੋ ਜਿਹੇ ਸੂਰਮੇ ਦੀ ਘਾਟ ਘੜਨੀ ਹੈ ਜਿਹੜਾ ਸੰਤ ਵੀ ਹੋਵੇ ਤੇ ਸਿਪਾਹੀ ਵੀ ਹੋਵੇ। ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਤੇ ਉਸ ਤੋਂ ਬਾਅਦ ਵਿੱਚ ਖਾਲਸਾ ਪੰਥ ਦੀ ਕ੍ਰਿਏਸ਼ਨ ਦੇ ਨਾਲ ਜਿਹੜਾ ਅਮਲ ਵੀਰ ਕਾਵਿਧਾਰਾ ਲੈ ਕੇ ਚੱਲੀ ਸੀ ਉਹ ਸਿੱਖ ਯੋਧਿਆਂ ਨੇ ਆਪਣੇ ਅਮਲ ਦੇ ਨਾਲ ਹੀ ਜਦੋਂ ਉਹਨੂੰ ਫਤਿਹ ਕਰ ਲਿਆ ਤਾਂ ਵੀਰ ਕਾਵਿਧਾਰਾ ਤੇ ਸਿੱਖਾਂ ਦੀ ਹਿਸਟਰੀ ਦੇ ਵਿੱਚ ਮਾਰਚਿੰਗ ਦੋ ਚੀਜ਼ਾਂ ਦਾ ਰਹਿ ਕੇ ਇੱਕ ਹੀ ਚੀਜ਼ ਦੇ ਵਿੱਚ ਇਕੱਠੀਆਂ ਹੋ ਗਈਆਂ ਤੇ ਉਹ ਉੱਥੇ ਜਾ ਕੇ ਕੰਪਲੀਟ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚਲੇ ਜਾਣ ਤੋਂ ਬਾਅਦ ਵਿੱਚ ਪੰਜਾਬ ਦੇ ਇਤਿਹਾਸ ਤੇ ਸਾਹਿਤ ਦੋਨਾਂ ਦੇ ਵਿੱਚ ਹੀ ਇੱਕ ਇਹੋ ਜਿਹਾ ਗੈਪ ਆ ਜਾਂਦਾ ਹੈ ਕਿ ਸਾਡੇ ਕੋਲ ਕਿਸੇ ਸਮੇਂ ਸਾਡੇ ਸਾਹਿਤ ਦੀ ਚੜ੍ਹਤ ਦੁਨੀਆ 'ਚ ਮਸ਼ਹੂਰ ਸੀ ਪਰ ਉੱਥੇ ਤੱਕ ਪਹੁੰਚਦਿਆਂ ਤੇ ਜਦੋਂ ਅੰਗਰੇਜ਼ ਆ ਗਏ ਹੌਲੀ-ਹੌਲੀ ਅੰਗਰੇਜ਼ਾਂ ਨੇ ਦੇਖਿਆ ਕਿ ਪੜ੍ਹਾਈ ਲਿਖਾਈ ਦੇ ਵਿੱਚ ਇਹ ਲੋਕ ਸਾਡੇ ਨਾਲੋਂ ਕਿਤੇ ਗਾਂਹ ਸਫ਼ਰ ਕਰਦੇ ਆ। ਕੋਈ ਝੂਠ ਨਹੀਂ ਹੈ ਕਿ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ ਤੇ ਪੰਜਾਬ ਦੇ ਸਕੂਲਾਂ ਦੀ ਜਿਸ ਪ੍ਰਕਾਰ ਦੀ ਲਿਸਟ ਉਹਨਾਂ ਨੇ ਜਾਰੀ ਕੀਤੀ ਆ ਜਾਂ ਉਹਨਾਂ ਦੀਆਂ ਕਿਤਾਬਾਂ 'ਚ ਜਿਹੜੇ ਸਾਡੇ ਸਕੂਲਾਂ ਦਾ ਜਾਂ ਸਾਡੇ ਕਾਲਜਾਂ ਦਾ ਜਾਂ ਸਾਡੇ ਇੰਸਟੀਟਿਊਸ਼ਨ ਦਾ ਜ਼ਿਕਰ ਆਉਂਦਾ ਹੈ ਉਹ ਕਹਿੰਦਾ ਸਕਿੱਲ ਬੇਸਡ ਇੱਥੇ ਐਜੂਕੇਸ਼ਨ ਚੱਲਦੀ ਸੀ ਤੇ ਹਰ ਬੰਦਾ ਪੜ੍ਹਦਾ ਹੁੰਦਾ ਸੀ। ਇੱਥੇ ਲਿਟਰੇਸੀ ਰੇਸ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ 80 ਤੋਂ 90% ਮੰਨੀ ਗਈ ਹੈ, ਇੰਨੀ ਲਿਟਰੇਸੀ ਰੇਸ਼ੋ ਹੁੰਦੀ ਸੀ। ਅੰਗਰੇਜ਼ਾਂ ਨੇ ਇਸ ਗੱਲ ਨੂੰ ਪਿੱਛੇ ਪਾਉਣ ਲਈ ਹੌਲੀ-ਹੌਲੀ ਕਿਹਾ ਕਿ ਅਸੀਂ ਤੁਹਾਡੇ ਲਈ ਆਧੁਨਿਕ ਗਿਆਨ ਲੈ ਕੇ ਆਏ ਹਾਂ। ਪੰਜਾਬੀ ਕਹਿੰਦੇ ਕਿ ਉਦੋਂ ਅੰਗਰੇਜ਼ਾਂ ਨੇ ਇਹੋ ਜਿਹੇ ਰੂਲ ਵੀ ਕੀਤੇ ਕਿ ਜਿਹੜਾ ਬੰਦਾ ਹਥਿਆਰ ਜਮ੍ਹਾਂ ਕਰਵਾਊਗਾ ਉਹਨੂੰ 2 ਪੈਸੇ ਮਿਲਣਗੇ, ਜਿਹੜਾ ਕਾਇਦਾ ਪੰਜਾਬੀ ਦਾ ਜਮ੍ਹਾਂ ਕਰਾਊਗਾ ਉਹਨੂੰ 5 ਪੈਸੇ ਮਿਲਣਗੇ। ਤੇ ਇਸ ਪ੍ਰਕਾਰ ਸਾਡੇ ਘਰਾਂ ਦੇ ਵਿੱਚੋਂ ਦੀ ਕਿਤਾਬਾਂ ਕੱਢ ਕੇ ਸਾੜ ਦਿੱਤੀਆਂ ਗਈਆਂ ਤਾਂ ਕਿ ਸਾਨੂੰ ਐਜੂਕੇਸ਼ਨ ਤੋਂ ਵਿਰਵਾ ਕੀਤਾ ਜਾ ਸਕੇ। ਤਾਂ ਸਾਡੇ ਅੱਗੇ ਫਿਰ ਉਹ ਸਫ਼ਰ ਸ਼ੁਰੂ ਹੋਇਆ ਕਿ ਸਾਨੂੰ ਹੌਲੀ-ਹੌਲੀ ਇਸ ਹੱਦ ਤੱਕ ਸੋਚਣ ਲਈ ਲੈਂਦਾ ਗਿਆ ਕਿ ਪੰਜਾਬੀ ਤਾਂ ਗਵਾਰਾਂ ਦੀ ਭਾਸ਼ਾ ਹੈ, ਪੰਜਾਬੀਆਂ ਕੋਲ ਆਪਣਾ ਕੋਈ ਬਹੁਤ ਵੱਡਾ ਕਲਚਰ ਨਹੀਂ ਹੈ। ਉਹਦੇ ਸਾਹਮਣੇ ਫਿਰ ਈਸਾਈ ਮਿਸ਼ਨਰੀਆਂ ਨੇ ਇੱਕ ਚੈਲੰਜ ਖੜਾ ਕਰ ਦਿੱਤਾ ਕਿ ਅਸੀਂ ਜਿਹੜਾ ਗਿਆਨ ਲੈ ਕੇ ਆਏ ਹਾਂ, ਜਿਹੜਾ ਧਰਮ ਲੈ ਕੇ ਆਏ ਹਾਂ, ਇਹ ਤੁਹਾਨੂੰ ਮਾਡਰਨ ਲੀਹਾਂ ਦੇ ਉੱਤੇ ਚਲਾਏਗਾ। ਉਸ ਚੈਲੰਜ ਨੂੰ ਦਾ ਜਿਹੜਾ ਸਮਾਂ ਸੀ ਉਹ ਉਹੀ ਸਮਾਂ ਸੀ ਜਦੋਂ ਭਾਈ ਵੀਰ ਸਿੰਘ ਦਾ ਜਨਮ ਹੁੰਦਾ ਹੈ। ਭਾਈ ਵੀਰ ਸਿੰਘ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ ਅੰਮ੍ਰਿਤਸਰ ਦੇ ਵਿੱਚ, ਇੱਕ ਸਮਾਂ ਆਇਆ ਕਿ ਉੱਥੇ ਕੁਝ ਬੱਚਿਆਂ ਨੇ ਸਿੱਖ ਧਰਮ ਛੱਡ ਕੇ ਈਸਾਈ ਧਰਮ ਨੂੰ ਗ੍ਰਹਿਣ ਕਰਨ ਦਾ ਫੈਸਲਾ ਲੈ ਲਿਆ। ਤਾਂ ਇਸ ਗੱਲ ਨੇ ਪੰਜਾਬ ਦੇ ਵਿੱਚ ਇੱਕ ਹਲਚਲ ਪੈਦਾ ਕਰ ਦਿੱਤੀ ਕਿ ਸਾਡੀਆਂ ਇੰਨੀਆਂ ਅਮੀਰ ਪਰੰਪਰਾਵਾਂ ਹੋਣ ਦੇ ਬਾਵਜੂਦ ਵੀ ਸਾਡੇ ਬੱਚੇ ਇਹੋ ਜਿਹਾ ਫੈਸਲਾ ਕਿਉਂ ਲੈ ਰਹੇ ਆ। ਤਾਂ ਉਹਦੇ ਵਿੱਚੋਂ ਫਿਰ ਸਿੰਘ ਸਭਾ ਮੂਵਮੈਂਟ ਉੱਠੀ ਜਿਹਦੇ ਵਿੱਚ ਭਾਈ ਵੀਰ ਸਿੰਘ ਹੋਣਾ ਦੇ ਪਿਤਾ ਜੀ ਡਾਕਟਰ ਚਰਨ ਸਿੰਘ ਹੋਣਾ ਦਾ ਵੱਡਾ ਯੋਗਦਾਨ ਸੀ। ਉਸ ਤੋਂ ਇਲਾਵਾ ਹੋਰ ਵੱਡੀ ਲਿਸਟ ਹੈ, ਮੈਂ ਚਲੋ ਉਸ ਤਫਸੀਲ 'ਚ ਨਹੀਂ ਜਾਵਾਂਗਾ। ਤਾਂ ਭਾਈ ਵੀਰ ਸਿੰਘ ਜਦੋਂ ਪੰਜਾਬੀ ਸਾਹਿਤ ਦੇ ਪੜਾਅ ਦੇ ਵਿੱਚ ਪਿੜ ਦੇ ਵਿੱਚ ਨਿੱਤਰਦੇ ਆ
ਤਾਂ ਉਦੋਂ ਲਗਭਗ ਪੰਜਾਬੀ ਦਾ ਭੋਗ ਪੈ ਚੁੱਕਿਆ ਸੀ। ਪੰਜਾਬੀ ਇੱਕ ਗਵਾਰਾਂ ਦੀ ਭਾਸ਼ਾ ਸੀ ਤੇ ਇੱਥੋਂ ਤੱਕ ਕਿ ਜਿਹੜੇ ਪੰਜਾਬ ਦੇ ਵਿਦਵਾਨ ਵੀ ਸੀਗੇ, ਉਹਨਾਂ ਦੇ ਵਿੱਚੋਂ ਦੀ ਧਰਮ ਨੂੰ ਆਧਾਰ ਬਣਾ ਕੇ ਜਿਹੜੇ ਮੁਸਲਿਮ ਧਰਮ ਵਾਲੇ ਸੀ ਉਹ ਫਾਰਸੀ ਵਾਲੇ ਪਾਸੇ ਨੂੰ ਚਲੇ ਗਏ, ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਜ਼ਿਆਦਾਤਰ ਹਿੰਦੀ ਤੇ ਸੰਸਕ੍ਰਿਤ ਵਾਲੇ ਪਾਸੇ ਚਲੇ ਗਏ, ਤੇ ਸਿੱਖ ਵਿਦਵਾਨਾਂ ਨੇ ਦਸਮ ਗ੍ਰੰਥ ਦੇ ਪ੍ਰਭਾਵ ਦੇ ਵਿੱਚ ਬ੍ਰਜ ਭਾਸ਼ਾ ਜਿਹੜੀ ਸੀ ਉਹਦੇ ਵਿੱਚ ਰਚਨਾ ਆਰੰਭ ਕਰ ਦਿੱਤੀ। ਇੱਥੋਂ ਤੱਕ ਕਿ ਭਾਈ ਵੀਰ ਸਿੰਘ ਦੇ ਆਪ ਦੇ ਪਿਤਾ ਜੀ, ਉਹਨਾਂ ਦੇ ਨਾਨਾ ਹਜ਼ਾਰਾ ਸਿੰਘ, ਦੋਨੇ ਹੀ ਬ੍ਰਜ ਭਾਸ਼ਾ ਦੇ ਵਿਦਵਾਨ ਸੀਗੇ। ਭਾਈ ਵੀਰ ਸਿੰਘ ਹੁਣੀ ਜਦੋਂ ਪੰਜਾਬੀ ਸਾਹਿਤ ਦੇ ਪਿੰਡ ਦੇ ਵਿੱਚ ਨਿਤਰੇ ਤਾਂ ਇਹ ਮੈਦਾਨ ਲਗਭਗ ਖਾਲੀ ਸੀ। ਉਹਨਾਂ ਨੇ ਆਪਣੀਆਂ ਉਹੀ ਅਮੀਰ ਪਰੰਪਰਾਵਾਂ ਨੂੰ ਦੁਆਰਾ ਜਿਉਂਦਾ ਰੱਖਣ ਲਈ, ਜਾਗਰਤ ਕਰਨ ਲਈ ਸਾਡੇ ਅੱਗੇ ਆਪਣੀਆਂ ਰਚਨਾਵਾਂ ਦੇ ਨਾਲ, ਆਪਣੀਆਂ ਕਿਰਤਾਂ ਦੇ ਨਾਲ, ਆਪਣੇ ਵੱਖਰੋ ਵੱਖਰੇ ਗ੍ਰੰਥਾਂ ਦੀ ਸੰਪਾਦਨਾ ਦੇ ਨਾਲ ਸਾਡੇ ਦੁਆਰੇ ਮੁੜ ਕੇ ਉਹੀ ਜਿਹੜਾ ਯੁੱਗ ਸੀ ਉਹ ਲਿਆਉਣ ਦੀ ਇੱਕ ਇਹੋ ਜਿਹਾ ਹਮਲਾ ਮਾਰਿਆ। ਜੇ ਮੈਂ ਕਹਾਂ ਕਿ ਭਾਈ ਵੀਰ ਸਿੰਘ ਕੱਲਿਆਂ ਨੇ ਪੂਰੀ ਸੰਸਥਾ ਜਿੰਨਾ ਕੰਮ ਕੀਤਾ ਤੇ ਸ਼ਾਇਦ ਇਹ ਵੀ ਘੱਟ ਹੈ। ਕਈ ਸੰਸਥਾਵਾਂ ਰਲ ਕੇ ਵੀ ਉਹਨਾਂ ਕੰਮ ਨਹੀਂ ਕਰ ਸਕਦੀਆਂ ਜਿੰਨਾ ਭਾਈ ਵੀਰ ਸਿੰਘ ਕੱਲਿਆਂ ਨੇ ਹੀ ਆਪਣੀ ਜ਼ਿੰਦਗੀ ਵਿੱਚ ਕੰਮ ਕੀਤਾ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਉਹਨਾਂ ਬਾਬਤ ਦੋ ਕੋਟੇਸ਼ਨ ਕੋਟ ਕਰਾਂਗਾ। ਇੱਕ ਤਾਂ ਡਾਕਟਰ ਜਸਵੀਰ ਸਿੰਘ ਆਹਲੂਵਾਲੀਆ ਉਹਨਾਂ ਬਾਬਤ ਲਿਖਦੇ ਨੇ, ਕਹਿੰਦਾ ਭਾਈ ਵੀਰ ਸਿੰਘ ਹੈਜ਼ ਏ ਕਨਸਟੀਟਿਊਸ਼ਨ ਏ ਬ੍ਰਿਜ ਬਿਟਵੀਨ ਦਾ 올ਡ ਐਂਡ ਨਿਊ ਵੈਲੀ। ਦੂਸਰਾ ਸੰਤ ਸਿੰਘ ਸੇਖੋਂ ਹੋਣੀ ਉਹਨਾਂ ਬਾਰੇ ਕਹਿੰਦੇ ਆ, ਕਹਿੰਦੇ ਕਿ ਧਰਤੀ ਦੇ ਉੱਤੇ ਵੱਖ-ਵੱਖ ਖਿੱਤਿਆਂ ਦੇ ਵਿੱਚ ਨਵੇਂ ਯੁੱਗ ਦੇ ਆਗਾਜ਼ ਕਿਸੇ ਸੂਰਮੇ ਵੱਲੋਂ ਹੁੰਦੇ ਹੈ, ਕਿਸੇ ਪੀਰ ਪੈਗੰਬਰ ਵੱਲੋਂ ਹੁੰਦੇ ਨੇ ਜਾਂ ਯੋਧਿਆਂ ਵੱਲੋਂ ਕੀਤੇ ਜਾਂਦੇ ਆ, ਪਰ ਕਹਿੰਦੇ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਨਵੇਂ ਯੁੱਗ ਦਾ ਆਗਾਜ਼ ਇੱਕ ਸਾਹਿਤਕਾਰ ਦੇ ਨਾਲ ਕੀਤਾ ਤੇ ਉਹ ਨਾਮ ਭਾਈ ਵੀਰ ਸਿੰਘ ਸੀ। ਭਾਈ ਵੀਰ ਸਿੰਘ ਨੇ ਪੰਜਾਬੀ ਦੇ ਵਿੱਚ ਪਹਿਲਾ ਨਾਵਲ ਜਿਹੜਾ ਲਿਖਿਆ ਉਹ ਸੀ ਸੁੰਦਰੀ। ਆਮ ਕਰਕੇ ਬੇਟੇ ਇੱਕ ਹੁੰਦਾ ਹੈ ਕਿ ਨਾਵਲ ਕਹਾਣੀ ਜਾਂ ਕਹ ਲਈਏ ਕਿ ਫਿਕਸ਼ਨ, ਤੇ ਉਹਦਾ ਮਾਡਰਨ ਰੂਪ ਜਿਹੜਾ ਹੈ ਉਹ ਅਸੀਂ ਫਿਲਮ ਨੂੰ ਵੀ ਲੈ ਸਕਦੇ ਹਾਂ। ਤਾਂ ਉਹਦੇ ਵਿੱਚੋਂ ਇਹ ਹੈ ਕਿ ਫਿਕਸ਼ਨ ਦੀ ਇੱਕ ਜ਼ਿੰਮੇਵਾਰੀ ਆਇਦ ਹੁੰਦੀ ਹੈ ਕਿ ਕੋਈ ਵੀ ਫਿਕਸ਼ਨ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਧਰਤੀ ਦੇ ਸੱਚ ਨੂੰ ਲੋਕਾਂ ਸਾਹਮਣੇ ਪੇਸ਼ ਕਰੇ। ਭਾਈ ਵੀਰ ਸਿੰਘ ਜਦੋਂ ਇਸ ਖੇਤਰ ਵਿੱਚ ਨਿਤਰੇ ਤੇ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਰਚਨਾ ਲਿਖੀ 26 ਸਾਲ ਦੀ ਉਮਰ ਦੇ ਵਿੱਚ ਉਹ ਸੁੰਦਰੀ ਨਾਵਲ ਲਿਖਦੇ ਆ। ਤੇ ਸੁੰਦਰੀ ਨਾਵਲ ਦੇ ਵਿੱਚ ਉਹਨਾਂ ਨੇ ਸਿੱਖ ਮਿਸ਼ਨ ਪੀਰੀਅਡ ਨੂੰ ਜਿਹੜਾ ਸੀ ਕਿ ਕਿਵੇਂ ਅਸੀਂ ਸਾਡੀ ਕੌਮ ਸੰਘਰਸ਼ਾਂ ਦੇ ਵਿੱਚੋਂ ਦੀ ਨਿਕਲ ਕੇ ਆਪਣੀ ਰਾਜਸੱਤਾ ਤੱਕ ਪਹੁੰਚੀ, ਇਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਦੁਬਾਰਾ ਦੀ ਫੋਰਮ ਦੇ ਵਿੱਚ ਤੇ ਲਿਟਰੇਚਰ ਦੇ ਰੂਪ ਦੇ ਵਿੱਚ ਜਦੋਂ ਪੇਸ਼ ਕੀਤਾ ਤਾਂ ਉਹਦਾ ਪ੍ਰਭਾਵ ਇੰਨਾ ਪਿਆ ਕਿ ਮਾਸਟਰ ਤਾਰਾ ਸਿੰਘ ਵਰਗਾ ਮਨੁੱਖ ਜਿਹੜਾ ਕਿ ਪਹਿਲੇ ਸਿੱਖ ਨਹੀਂ ਸੀ, ਕੇਸ ਕਤਲ ਕਰਾਉਂਦਾ ਸੀ, ਜਦੋਂ ਉਹਨਾਂ ਨੇ ਸੁੰਦਰੀ ਨਾਵਲ ਪੜ੍ਹਿਆ ਤਾਂ ਉਹ ਸਿੰਘ ਸੱਜਿਆ ਤੇ ਲਗਾਤਾਰ 40 ਸਾਲ ਕੌਮ ਦੀ ਰਹਿਨੁਮਾਈ ਕਰਦਾ ਰਿਹਾ। ਇਹ ਭਾਈ ਵੀਰ ਸਿੰਘ ਦੇ ਲਿਖੇ ਸੁੰਦਰੀ ਨਾਵਲ ਦੀ ਵਿਸ਼ੇਸ਼ਤਾ ਹੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਸਤਵੰਤ ਸਿੰਘ, ਵਿਜੇ ਸਿੰਘ, ਬਾਬਾ ਨੌ ਸਿੰਘ, ਇਹ 4 ਨਾਵਲ ਜਿਹੜੇ ਸੀ ਉਹ ਪੰਜਾਬੀ ਸਾਹਿਤ ਨੂੰ ਦਿੱਤੇ। ਉਹਨਾਂ ਦੇ ਨਾਵਲਾਂ ਬਾਬਤ ਇੱਕ ਵੱਲ ਆਮ ਹੀ ਕਹਿ ਦਿੱਤੀ ਜਾਂਦੀ ਹੈ ਕਿ ਇਹ ਕਲਾਤਮਕ ਪੱਖ ਤੋਂ ਬਹੁਤ ਢਿੱਲੇ ਆ। ਸਾਡੇ ਆਲੋਚਕਾਂ ਨੇ ਜਦੋਂ ਭਾਈ ਵੀਰ ਸਿੰਘ ਦੀ ਰਚਨਾ ਦੇ ਉੱਤੇ ਗੱਲ ਕਰਦੇ ਆ ਤੇ ਉਹ ਆਮ ਹੀ ਇਹਦੇ ਉੱਤੇ ਇਲਜ਼ਾਮ ਲਾ ਕੇ ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਦੇ ਲਈ ਮੈਂ ਇੱਕ ਗੱਲ ਨਿੱਕੀ ਜਿਹੀ ਸ਼ੇਅਰ ਕਰਨਾ ਚਾਹਾਂਗਾ। ਟਾਲਸਟਾਏ ਨੇ 12 ਸਾਲ ਤੋਂ 16 ਸਾਲ ਮਿਹਨਤ ਕੀਤੀ, ਲਗਾਤਾਰ ਨੋਟਸ ਇਕੱਠੇ ਕੀਤੇ। ਉਸ ਤੋਂ ਬਾਅਦ ਵਿੱਚ ਉਹਨੇ ਇੱਕ ਨਾਵਲ ਲਿਖਿਆ ਵਾਰ ਐਂਡ ਪੀਸ। ਤਾਂ ਦੁਨੀਆ ਦੇ ਅੱਜ ਦੀ ਤਰੀਕ ਦੇ ਵਿੱਚ ਉਹ ਬਿਹਤਰੀਨ ਨਾਵਲਾਂ ਚੋਂ ਗਿਣਿਆ ਜਾਂਦਾ ਹੈ, ਪਰ ਮੌਕੇ ਦੇ ਆਲੋਚਕਾਂ ਨੇ ਵਾਰ ਐਂਡ ਪੀਸ ਦੇ ਉੱਤੇ ਜਿਹੜਾ ਕਮੈਂਟ ਲਿਖਿਆ ਉਹ ਕਹਿੰਦੇ ਸੀ ਕਿ ਕਲਾਤਮਕ ਪੱਖ ਤੋਂ ਇਹ ਨਾਵਲ ਬਹੁਤ ਮਾੜਾ ਹੈ। ਇਹ ਗੱਲ ਜਦੋਂ ਟਾਲਸਟਾਏ ਤੱਕ ਪਹੁੰਚੀ, ਉਹਨੇ ਕਾਗਜ਼ ਚੱਕੇ, ਪੈਨ ਚੱਕੇ, ਬਿਨਾਂ ਕਿਸੇ ਮਿਹਨਤ ਦੇ, ਬਿਨਾਂ ਕੁਝ ਕੀਤਿਆਂ ਪੂਰਾ ਦਾ ਪੂਰਾ ਨਾਵਲ ਲਿਖ ਕੇ ਸਵੇਰ ਤੱਕ ਤੇ ਆਲੋਚਕਾਂ ਨੂੰ ਭੇਜ ਦਿੱਤਾ। ਕਹਿੰਦਾ ਕਲਾਤਮਕ ਪੱਧਰ ਤੇ ਇਹਦੇ ਵਿੱਚ ਗਲਤੀ ਕੱਢ ਕੇ ਦਿਖਾਓ। ਉਹਦੇ ਵਿੱਚ ਕਲਾਤਮਕ ਪੱਧਰ ਦੀ ਕੋਈ ਵੀ ਗਲਤੀ ਨਹੀਂ ਸੀ, ਪਰ ਉਹ ਨਾਵਲ ਨੂੰ ਟਾਲਸਟਾਏ ਦੇ ਬਾਅਦ ਚ ਨਾ ਉਹ ਮਸ਼ਹੂਰ ਹੋਇਆ ਤੇ ਨਾ ਹੀ ਕਿਸੇ ਨੇ ਪੜ੍ਹਿਆ। ਪਰ ਜਿਹਦੇ ਤੇ ਕਿਹਾ ਗਿਆ ਕਿ ਇਹਦੇ ਵਿੱਚ ਬਹੁਤ ਕਲਾਤਮਕ ਗਲਤੀਆਂ ਨੇ, ਉਹ ਦੁਨੀਆ ਦੇ ਵਿੱਚ ਸਭ ਤੋਂ ਫੇਮਸ ਨਾਵਲ ਹੋਇਆ। ਭਾਈ ਵੀਰ ਸਿੰਘ ਦੇ ਨਾਵਲਾਂ ਦੇ ਉੱਤੇ ਇਹ ਇਲਜ਼ਾਮ ਵੀ ਕੁਝ ਇਦਾਂ ਦਾ ਹੀ ਹੈ ਕਿ ਚੀਜ਼ ਨੂੰ ਪਾਸੇ ਕਰਨਾ ਹੈ ਤਾਂ ਕਹਿ ਦੋ ਕਿ ਇਹਦੇ ਵਿੱਚ ਬਹੁਤ ਢਿੱਲ ਮੱਠ ਹੈਗੀ ਆ। ਪਰ ਜਿਹੜੀ ਅਗਲੀ ਗੱਲ ਦੇਖੋ ਕਿ ਭਾਈ ਵੀਰ ਸਿੰਘ ਦੇ ਨਾਵਲ ਹੀ ਉਹ ਨਾਵਲ ਨੇ ਜਿਹੜੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਲਿਖੇ ਗਏ ਤੇ ਅੱਜ ਤੱਕ ਲਗਾਤਾਰ ਪੜ੍ਹੇ ਜਾ ਰਹੇ ਆ। ਹੁਣ ਤੱਕ ਲਗਭਗ ਉਹਨਾਂ ਦੇ 20 ਤੋਂ 30 ਵੋਲੀਅਮ ਜਿਹੜੇ ਲਗਾਤਾਰ ਐਡੀਸ਼ਨ ਨੇ ਉਹ ਹੁਣ ਤੱਕ ਛਪ ਚੁੱਕੇ ਤੇ ਹਜ਼ਾਰਾਂ ਦੀ ਗਿਣਤੀ ਤੱਕ ਜਿਹੜੇ ਆ ਉਹ ਪੜ੍ਹੇ ਜਾ ਚੁੱਕੇ ਆ। ਮੈਂ ਅੱਜ ਵੀ ਦਾਅਵਾ ਕਰਦਾ ਕਿ ਜਿਹੜੇ ਬੰਦਾ ਐ ਲੱਗਦਾ ਕਿ ਸ਼ਾਇਦ ਧਰਮ ਵੱਡੀ ਲਾਈਫ ਪੈਦਾ ਨਹੀਂ ਕਰਦਾ, ਭਾਈ ਵੀਰ ਸਿੰਘ ਦੇ ਨਾਵਲਾਂ ਦੇ ਵਿੱਚੋਂ ਦੀ ਇੱਕ ਵਾਰ ਗੋ ਥਰੂ ਹੋ ਕੇ ਦੇਖ ਲਓ, ਤੁਹਾਡੇ ਸਾਰੇ ਸ਼ੰਕੇ ਨਿਵਰਤ ਕਰਨ ਲਈ ਉਹਦੇ ਨਾਵਲ ਕਾਫੀ ਹੈ। ਕਵਿਤਾ ਦੇ ਖੇਤਰ ਦੇ ਵਿੱਚ ਕਦਮ ਪਾਇਆ ਤਾਂ ਆਮ ਕਰਕੇ
ਕਵੀਆਂ ਬਾਬਤ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਕਵੀ ਆਪਣੀ ਕਾਵਿਕ ਪਹਿਲੇ ਸਫ਼ਰ ਦੇ ਵਿੱਚ ਹਾਲੇ ਉਹ ਜਸਟ ਇੱਕ ਕਹਿ ਲਓ ਕਿ ਇੱਕ ਐਕਸਰਸਾਈਜ਼ ਚੋਂ ਲੰਘ ਰਿਹਾ ਹੁੰਦਾ ਹੈ। ਜਦੋਂ ਉਹ ਆਪਣੀ ਕਾਵਿਕ ਬਜ਼ੁਰਗੀ ਤੇ ਪਹੁੰਚਦਾ ਹੈ ਤਾਂ ਉਹ ਮਹਾਕਾਵਿ ਦੀ ਰਚਨਾ ਕਰਦਾ ਹੈ। ਸਾਡੇ ਸਾਹਮਣੇ ਮਿਲਟਨ ਦਾ ਲਿਖਿਆ ਹੋਇਆ, ਐਡਵਿਨ ਅਰਨਾਲਡ ਦਾ ਲਿਖਿਆ ਹੋਇਆ ਏਸ਼ੀਆ ਦਾ ਚਾਨਣ, ਮਿਲਟਨ ਦਾ ਪੈਰਾਡਾਈਜ਼ ਲੋਸਟ, ਜਾਂ ਹਰਿੰਦਰ ਸਿੰਘ ਮਹਿਬੂਬ, ਅਵਤਾਰ ਸਿੰਘ ਆਜ਼ਾਦ, ਇਹਨਾਂ ਦੇ ਲਿਖੇ ਹੋਏ ਮਹਾਕਾਵਿ ਇਸ ਗੱਲ ਦੀ ਐਗਜ਼ਾਮਪਲ ਨੇ ਕਿ ਇਹਨਾਂ ਕਵੀਆਂ ਨੇ ਸਾਰੀ ਉਮਰ ਕਾਵਿ ਰਚਨਾ ਕਰਨ ਤੋਂ ਬਾਅਦ ਜ਼ਿੰਦਗੀ ਦੇ ਅਖੀਰੀ ਪੜਾਅ ਦੇ ਉੱਤੇ ਜਾ ਕੇ ਮਹਾਕਾਵਿ ਵਰਗੀ ਰਚਨਾ ਨੂੰ ਹੱਥ ਪਾਇਆ ਤੇ ਇਹ ਸੋਚਿਆ ਕਿ ਅਸੀਂ ਮਹਾਕਾਵਿ ਲਿਖ ਸਕਦੇ ਹਾਂ। ਪਰ ਭਾਈ ਵੀਰ ਸਿੰਘ ਮਹਿਜ 30-32 ਸਾਲ ਦੀ ਉਮਰ ਸੀ ਜਦੋਂ ਉਹਨਾਂ ਨੇ ਕਵਿਤਾ ਦੇ ਖੇਤਰ ਦੇ ਵਿੱਚ ਪਹਿਲੀ ਵਾਰ ਕਲਮ ਚੁੱਕੀ। ਪਹਿਲਾਂ ਨਾਵਲ ਲਿਖਦੇ ਸੀ, ਬਾਅਦ ਵਿੱਚ ਉਹ ਕਵਿਤਾ ਦੇ ਖੇਤਰ ਦੇ ਵਿੱਚ ਆਏ ਤੇ ਕਵਿਤਾ ਦੇ ਖੇਤਰ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਰਚਨਾ ਕੀਤੀ ਉਹ ਮਹਾਕਾਵਿ ਸੀ ਰਾਣਾ ਸੂਰਤ ਸਿੰਘ। ਭਾਵ ਕਿ ਜਿੱਥੇ ਦੁਨੀਆ ਭਰ ਦੇ ਕਵੀ ਆਪਣੇ ਕਾਵਿਕ ਸਫ਼ਰ ਦਾ ਖਤਮ ਕਰਦੇ ਆ, ਐਂਡ ਕਰਦੇ ਆ, ਭਾਈ ਵੀਰ ਸਿੰਘ ਨੇ ਆਪਣਾ ਕਾਵਿਕ ਸਫ਼ਰ ਉਸ ਪੜਾਅ ਤੋਂ ਆਰੰਭ ਕੀਤਾ। ਉਹਨਾਂ ਨੇ ਜਦੋਂ ਰਾਣਾ ਸੂਰਤ ਸਿੰਘ ਲਿਖਿਆ ਤਾਂ ਉਹਦੀ ਇੱਕ ਕਾਪੀ ਆਪਣੇ ਪਿਤਾ ਜੀ ਨੂੰ ਦਿੱਤੀ, ਇੱਕ ਕਾਪੀ ਉਹਨਾਂ ਨੇ ਆਪਣੇ ਨਾਨਾ ਜੀ ਹਜ਼ਾਰਾ ਸਿੰਘ ਨੂੰ ਵੀ ਦਿੱਤੀ। ਹੈਰਾਨੀ ਇਹ ਗੱਲ ਕਿ ਜਿੱਥੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੇਧ ਲੈ ਕੇ ਅੱਗੇ ਆਪਣਾ ਰਾਹ ਅਖਤਿਆਰ ਕਰਦੇ ਹਾਂ, ਭਾਈ ਵੀਰ ਸਿੰਘ ਦਾ ਇਹ ਮਹਾਕਾਵਿ ਰਾਣਾ ਸੂਰਤ ਸਿੰਘ ਪੜ੍ਹਨ ਤੋਂ ਬਾਅਦ ਵਿੱਚ ਡਾਕਟਰ ਚਰਨ ਸਿੰਘ ਉਹਨਾਂ ਦੇ ਪਿਤਾ ਜੀ ਨੇ ਤੇ ਉਹਨਾਂ ਦੇ ਨਾਨਾ ਹਜ਼ਾਰਾ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਰਚਨਾ ਕਰਨੀ ਆਰੰਭ ਕੀਤੀ। ਉਹ ਕਹਿੰਦੇ ਜੇ ਇੰਨੀ ਹੈ ਤੇ ਅਸੀਂ ਫਿਰ ਬ੍ਰਜ ਭਾਸ਼ਾ ਪਿੱਛੇ ਕਿਉਂ ਤੁਰੇ ਫਿਰਦੇ ਹਾਂ, ਤੇ ਪੰਜਾਬੀ ਦਾ ਇਹ ਪਿੜ ਆਰੰਭ ਹੋਇਆ। ਤੇ ਪੰਜਾਬੀ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਨਿੱਕੀਆਂ ਕਵਿਤਾਵਾਂ ਨੇ, ਆਮ ਕਰਕੇ ਕਹਿ ਦਿੱਤਾ ਜਾਂਦਾ ਕਿ ਇਹ ਪਤਾ ਨਹੀਂ ਉੱਪਰੋਂ ਦੀ ਲੰਘ ਜਾਂਦੀਆਂ, ਲੰਘਣਗੀਆਂ ਹੀ। ਰੀਜ਼ਨ ਕਿ ਉਹ ਇਸ ਕਰਕੇ ਨਹੀਂ ਲੰਘ ਰਹੀਆਂ ਕਿ ਉਹਨਾਂ ਵਿੱਚ ਕੁਝ ਸਮਝਣ ਵਾਲਾ ਹੋਰ ਆ। ਉਹ ਸਫ਼ਰ ਮਹਾਕਾਵਿ ਤੋਂ ਅਗਲਾ ਸਫ਼ਰ ਹੈ ਜਿਹੜਾ ਦੁਨੀਆ ਦੇ ਵਿੱਚ ਬਹੁਤ ਘੱਟ ਕਵੀ ਨੇ, ਜੇ ਕਿਸੇ ਨੇ ਕੀਤਾ ਹੋਊਗਾ, ਇੱਕ ਦੋ ਦੁਨੀਆ 'ਚ ਹੋਣਗੇ, ਅਦਰਵਾਈਜ਼ ਨਹੀਂ ਮਿਲਦੇ। ਆਮ ਕਰਕੇ ਕਵੀ ਦਾ ਸਫ਼ਰ ਮਹਾਕਾਵਿ ਤੇ ਖਤਮ ਹੁੰਦਾ, ਉਹਨਾਂ ਦਾ ਮਹਾਕਾਵਿ ਤੋਂ ਅਗਲਾ ਸਫ਼ਰ ਹੈ ਜਿਹੜੀਆਂ ਅਸੀਂ ਨਿੱਕੀਆਂ ਕਵਿਤਾਵਾਂ ਉਹਨਾਂ ਦੀਆਂ ਪੜ੍ਹਦੇ ਹਾਂ। ਪਰ ਉਹਦੇ ਬਾਵਜੂਦ ਵੀ ਉਹਨਾਂ ਅੰਦਰ ਇੰਨੇ ਕਮਾਲ ਦੀ ਰਮਜ ਹੁੰਦੀ ਆ। ਜਿਵੇਂ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ, ਉਹਨਾਂ ਦੀ ਕਵਿਤਾ ਹੈ ਜੀਵਨ ਕੀ ਹੈ। ਤਾਂ ਉਹਦੇ ਵਿੱਚ ਵੇਰਵਾ ਹੁੰਦਾ ਹੈ ਕਿ ਇੱਕ ਲੜਕੀ ਸੰਭ ਭਾਵ ਕੇ ਸਾਡੀ ਭਾਸ਼ਾ 'ਚ ਕਹਿਣਾ ਤਾਂ ਛੱਪੜ, ਹਾਲਾਂਕਿ ਸੰਭ ਜਿਹੜਾ ਛੱਪੜ ਨਹੀਂ ਹੁੰਦਾ, ਪਰ ਛੱਪੜ ਵਰਗੀ ਇੱਕ ਤਦਵੀਰ ਕਹਿ ਲਓ। ਤਾਂ ਉੱਥੇ ਗਈ ਤੇ ਉਹਨੇ ਸੰਭ ਨੂੰ ਪੁੱਛਿਆ ਕਿ ਜੀਵਨ ਕੀ ਹੈ। ਉਹ ਕਹਿੰਦਾ ਕਿ ਫਿਰ ਆਵਾਂਗੀ, ਤੇ ਉਹ ਵਾਪਸ ਆ ਗਈ। ਫਿਰ ਗਈ, ਉਹ ਕਹਿੰਦਾ, ਉਹਨੇ ਫਿਰ ਪੁੱਛਿਆ, ਉਹ ਚੁੱਪ ਰਿਹਾ। ਤੀਜੀ ਵਾਰ ਗਈ, ਉਹ ਕਹਿੰਦਾ ਫਿਰ ਆਵਾਂਗੀ। ਜਦੋਂ ਚੌਥੀ ਵਾਰ ਗਈ ਤੇ ਜਾਂਦਿਆਂ ਨੂੰ ਕੀ ਦੇਖਦੀ ਹੈ ਕਿ ਸਾਰੇ ਸੰਭ ਦੇ ਵਿੱਚ ਕਮਲ ਫੁੱਲ ਖਿੜੇ ਹੋਏ ਆ ਤੇ ਉਹ ਖੇੜਾ ਇੰਨੇ ਕੁ ਕਮਾਲ ਦਾ ਕਿ ਉਹਨੂੰ ਆਪਣਾ ਪ੍ਰਸ਼ਨ ਵੀ ਭੁੱਲ ਜਾਂਦਾ ਕਿ ਮੈਂ ਕਰਨ ਕੀ ਆਈ ਸੀ। ਤਾਂ ਭਾਈ ਸਾਹਿਬ ਲਿਖਦੇ ਆ, ਕਹਿੰਦਾ ਖੇੜੇ ਬੇੜ ਲਈ ਹੈ ਸਾਰੀ, ਕੀ ਦੇਹੀ ਕੀ ਜੀ ਹੈ। ਉਹ ਕਹਿੰਦਾ ਕਿ ਸਵਾਲ ਹੀ ਖਤਮ ਹੋ ਗਿਆ ਕਿ ਜੀਵਨ ਕੀ ਹੁੰਦਾ ਹੈ। ਉਹਨੇ ਇਹੋ ਜਿਹਾ ਖੇੜਾ ਸਾਹਮਣੇ ਪੇਸ਼ ਕੀਤਾ ਕਿ ਬੰਦਾ ਖੇੜੇ ਦੇ ਰੰਗ ਵਿੱਚ ਰੰਗਿਆ ਹੋਇਆ ਹੀ ਆਪਣੀ ਜ਼ਿੰਦਗੀ ਨੂੰ ਜੀ ਰਿਹਾ। ਇਹ ਸਿਧਾਂਤ ਉਹਨਾਂ ਨੇ ਜ਼ਿੰਦਗੀ ਦਾ ਜਿਹੜਾ ਸੀ ਉਹ ਸਾਡੇ ਸਾਹਮਣੇ ਰੱਖਿਆ। ਤਾਂ ਇਹੋ ਜਿਹੀਆਂ ਅਗਲੀ ਗੱਲ ਕਿ ਇੱਕ ਵਾਰ ਡਾਕਟਰ ਮੁਹੰਮਦ ਇਕਬਾਲ ਹੋਣਾ ਨੂੰ ਕਿਸੇ ਨੇ ਪੁੱਛਿਆ ਕਿ ਇਸਲਾਮ ਦਾ ਪੰਜਾਬ ਦੇ ਵਿੱਚ ਭਵਿੱਖ ਕੀ ਹੈ। ਤਾਂ ਕਿਸੇ ਵੀ ਇੱਕ ਸੱਚ ਮੈਂ ਥੋੜੀ ਜਿਹੀ ਇਹਦੇ ਨਾਲ ਗੱਲ ਜੋੜਨੀ ਚਾਹਾਂਗਾ। ਉਹ ਇਹ ਹੈ ਕਿ ਬੇਟੇ ਜਦੋਂ ਅੰਗਰੇਜ਼ਾਂ ਨੇ ਸਾਡੇ ਅੱਗੇ ਚੈਲੰਜ ਖੜੇ ਕੀਤੇ ਤਾਂ ਭਾਰਤ ਵਿੱਚੋਂ ਉਹਨਾਂ ਚੈਲੰਜ ਦਾ ਜਵਾਬ ਦੇਣ ਲਈ ਵੱਖ-ਵੱਖ ਧਰਮਾਂ ਤੇ ਕੌਮਾਂ ਦੇ ਵਿੱਚ ਵੱਡੇ ਬੰਦੇ ਵੀ ਉਸੇ ਪੀਰੀਅਡ ਦੇ ਵਿੱਚ ਲਗਭਗ ਸਮਕਾਲੀ ਪੀਰੀਅਡ 'ਚ ਪੈਦਾ ਹੋਏ, ਜਿਨ੍ਹਾਂ ਦੇ ਵਿੱਚੋਂ ਦੀ ਅਰਵਿੰਦੂ ਦਾ ਨਾਮ ਲਿਆ ਜਾ ਸਕਦਾ ਹੈ, ਰਵਿੰਦਰਨਾਥ ਟੈਗੋਰ ਦਾ ਨਾਮ ਲਿਆ ਜਾ ਸਕਦਾ ਹੈ, ਡਾਕਟਰ ਮੁਹੰਮਦ ਇਕਬਾਲ ਦਾ ਨਾਮ ਆਉਂਦਾ ਹੈ, ਭਾਈ ਵੀਰ ਸਿੰਘ ਦਾ ਆਉਂਦਾ ਹੈ, ਪ੍ਰੋਫੈਸਰ ਪੂਰਨ ਸਿੰਘ ਦਾ ਆਉਂਦਾ ਹੈ। ਤਾਂ ਇਹਨਾਂ ਨੇ ਆਪੋ ਆਪਣੀਆਂ ਕੌਮਾਂ ਲਈ, ਆਪੋ ਆਪਣੇ ਧਰਮਾਂ ਲਈ ਮਾਡਰਨ ਏਜ ਦੇ ਵਿੱਚ ਹਿਸਟਰੀ 'ਚ ਮਾਰਚਿੰਗ ਕਿਵੇਂ ਕਰਨੀ ਹੈ ਉਹਦੇ ਲਈ ਰਸਤੇ ਪੈਦਾ ਕੀਤੇ। ਤਾਂ ਉਸ ਰਸਤਿਆਂ ਨੂੰ ਪੈਦਾ ਕਰਨ ਵਾਲੀ ਇੱਕ ਸ਼ਖਸੀਅਤ ਡਾਕਟਰ ਮੁਹੰਮਦ ਇਕਬਾਲ ਹੈ। ਜਦੋਂ ਉਹਨਾਂ ਸਾਹਮਣੇ ਕਿਸੇ ਨੇ ਇਹ ਸਵਾਲ ਪੈਦਾ ਕੀਤਾ ਕਿ ਪੰਜਾਬ ਦੇ ਵਿੱਚ ਇਸਲਾਮ ਦਾ ਭਵਿੱਖ ਕੀ ਹੈ, ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ। ਕਹਿੰਦਾ ਕਿਉਂਕਿ ਪੰਜਾਬ ਨੂੰ ਗੁਰੂ ਸਾਹਿਬਾਨ ਨੇ ਆਪਣੇ ਪਿਆਰ ਦੇ ਨਾਲ ਫਤਿਹ ਕਰ ਲਿਆ, ਇਸ ਕਰਕੇ ਇਸਲਾਮ ਦਾ ਭਵਿੱਖ ਹੁਣ ਪੰਜਾਬ ਦੇ ਵਿੱਚ ਨਹੀਂ ਹੈ। ਤਾਂ ਮਸਲਾ ਇਸ ਗੱਲ ਦਾ ਹੈ ਕਿ ਤੁਸੀਂ ਕਿਸੇ ਧਰਤੀ ਨੂੰ ਪਿਆਰ ਕਿੰਨਾ ਕੁ ਕਰਦੇ ਹੋ। ਕੋਈ ਵੀ ਧਰਤੀ ਤੁਹਾਡੀ ਤਾਂ ਧਰਤੀ ਤੁਹਾਡੀ ਆ ਜੇ ਤੁਹਾਡੇ ਪੁਰਖਿਆਂ ਨੇ ਉਸ ਧਰਤੀ ਤੇ ਖੂਨ ਡੋਲਿਆ, ਜੇ ਉਸ ਦੀ ਰਾਖੀ ਲਈ ਤੁਸੀਂ ਆਪਣੀਆਂ ਜਾਨਾਂ ਵਾਰੀਆਂ ਨੇ। ਇਸ ਗੱਲ ਲਈ ਨਹੀਂ ਹੈ ਕਿ ਅਸੀਂ ਇੱਥੇ ਵਸਦੇ ਹਾਂ ਤੇ ਧਰਤੀ ਸਾਡੀ ਹੋਗੀ। ਧਰਤੀਆਂ ਐ ਸਾਡੀਆਂ ਨਹੀਂ ਹੁੰਦੀਆਂ। ਕੋਈ ਵੀ ਵਤਨ, ਜਦੋਂ ਮੈਂ ਕਹਿੰਦਾ ਹਾਂ ਮੇਰਾ ਵਤਨ, ਤੇ ਮੇਰੇ ਪੁਰਖਿਆਂ ਦਾ ਡੋਲਿਆ ਹੋਇਆ ਲਗਾਤਾਰ ਇਸ ਧਰਤੀ ਤੇ ਖੂਨ ਤੇ ਉਹਦੇ ਲਈ ਕੀਤੀਆਂ ਹੋਈਆਂ ਕੁਰਬਾਨੀਆਂ ਦੇ ਨਾਲ ਕਹਿੰਦਾ ਹਾਂ ਕਿ ਮੇਰੀ ਧਰਤੀ। ਬਿਨ ਕੁਰਬਾਨੀ ਦੇ ਧਰਤੀਆਂ ਤੁਹਾਡੀਆਂ ਨਹੀਂ ਹੁੰਦੀਆਂ।
ਤੇ ਬਿਨ ਪਿਆਰ ਕੀਤਿਆਂ ਧਰਤੀਆਂ ਸਵਰਗ ਨਹੀਂ ਬਣਦੀਆਂ। ਤਾਂ ਭਾਈ ਵੀਰ ਸਿੰਘ ਹੋਣਾ ਨੇ ਆਪਣੀ ਕਵਿਤਾ ਦੇ ਵਿੱਚ ਕੱਲਾ ਪੰਜਾਬ ਦੀ ਐਸਥੈਟਿਕ ਨਹੀਂ ਸਾਂਭੀ। ਤੁਸੀਂ ਕਸ਼ਮੀਰ ਚਲੇ ਜਾਓ, ਸਾਡੇ ਪ੍ਰਿੰਸੀਪਲ ਸਾਹਿਬ ਵੀ ਜਾ ਕੇ ਆਏ ਨੇ ਉੱਥੋਂ ਕਸ਼ਮੀਰ ਤੋਂ, ਉਹਨਾਂ ਨੇ ਜਿੱਥੇ ਵੀ ਗਏ ਨੇ, ਮੈਂ ਇੱਕ ਚਲੋ ਇਹਨਾਂ ਨੇ ਜੋ ਕਿ ਹੋਇਆ ਆਪਣਾ ਜ਼ਿਕਰ ਕਰਨਗੇ, ਮੈਂ ਜਿਹਦੀ ਗੱਲ ਕਰਦਾ ਕਿ ਇਹ ਜਿੱਥੇ ਵੀ ਗਏ ਇਹਨਾਂ ਨੂੰ ਹਰ ਥਾਂ ਦੇ ਉੱਤੇ ਭਾਈ ਵੀਰ ਸਿੰਘ ਦਾ ਇੱਕ ਅਕਸ਼ ਨਜ਼ਰ ਆਇਆ। ਇਹਨਾਂ ਨੇ ਝੀਲ ਡਲ ਦੇਖੀ, ਵੈਰੀ ਨਾਗ ਦਾ ਚਸ਼ਮਾ ਦੇਖਿਆ, ਇੱਛਾਵਾਲ ਦੇਖਿਆ, ਤਾਂ ਹਰ ਥਾਂ ਦੇ ਉੱਤੇ ਉਹਦਾ ਅਕਸ਼ ਹੈ। ਕਿਉਂ? ਕਿਉਂਕਿ ਭਾਈ ਸਾਹਿਬ ਨੇ ਕਸ਼ਮੀਰ ਦੀ ਐਸਥੈਟਿਕ ਨੂੰ ਆਪਣੀ ਕਵਿਤਾ ਦੇ ਵਿੱਚ ਸਾਂਭਿਆ ਹੀ ਇੰਨਾ ਸੋਹਣਾ ਹੋਇਆ ਕਿ ਤੁਸੀਂ ਉਤੋਂ ਭਾਈ ਵੀਰ ਸਿੰਘ ਨੂੰ ਵੱਖ ਕਰਕੇ ਵੇਖ ਹੀ ਨਹੀਂ ਸਕਦੇ। ਭਾਈ ਵੀਰ ਸਿੰਘ ਕੱਲਾ ਪੰਜਾਬ ਦੀ ਧਰਤੀ ਨੂੰ ਸਾਡੇ ਲਈ ਨਹੀਂ ਪੈਦਾ ਕਰ ਦੇ ਕੇ ਗਿਆ, ਉਹਨੇ ਕਸ਼ਮੀਰ ਦੀ ਸਾਰੀ ਉਸ ਖੂਬਸੂਰਤੀ ਨੂੰ ਵੀ ਪੰਜਾਬ ਦੀ ਪੋਇਟਰੀ ਦੇ ਵਿੱਚ ਤੇ ਸਾਡੇ ਜਿਹਨ ਦੇ ਵਿੱਚ ਉਤਾਰ ਗਿਆ। ਕਸ਼ਮੀਰ ਸਾਡੇ ਲਈ ਬੇਗਾਨਾ ਨਹੀਂ ਰਿਹਾ। ਅੱਜ ਦੀ ਤਰੀਕ ਦੇ ਵਿੱਚ ਕਸ਼ਮੀਰ ਜਦੋਂ ਵੀ ਪੈਰ ਪਾਉਂਦੇ ਹਾਂ ਭਾਈ ਵੀਰ ਸਿੰਘ ਦੇ ਨਾਲ ਹਮਸਫਰ ਹੋ ਕੇ ਪਾਉਂਦੇ ਹਾਂ। ਇਸ ਕਰਕੇ ਜਦੋਂ ਇਕਬਾਲ ਸਾਹਿਬ ਕਹਿੰਦੇ ਆ ਕਿ ਪੰਜਾਬ ਦੀ ਧਰਤੀ ਗੁਰੂਆਂ ਨੇ ਫਤਿਹ ਕਰ ਲਈ, ਤੇ ਥੋੜਾ ਜਿਹਾ ਉਤੋਂ ਜੇ ਮੈਂ ਬਰਾਬਰੀ ਤਾਂ ਨਹੀਂ ਕਰ ਰਿਹਾ, ਪਰ ਇਹ ਕਹਾਂਗਾ ਕਿ ਕਸ਼ਮੀਰ ਦੀ ਧਰਤੀ ਦੀ ਐਸਥੈਟਿਕ ਨੂੰ ਜਿੰਨਾ ਕਮਾਲ ਭਾਈ ਸਾਹਿਬ ਨੇ ਸਾਂਭਿਆ, ਸ਼ਾਇਦ ਕਸ਼ਮੀਰ ਦਾ ਵੀ ਕਵੀ ਉਹਨਾਂ ਐਸਥੈਟਿਕ ਨੂੰ ਸਾਂਭ ਨਹੀਂ ਸਕਿਆ। ਇੰਨੀ ਜ਼ਿਆਦਾ ਪਵਿੱਤਰਤਾ ਹੈ ਉਹਨਾਂ ਦੀ ਨਜ਼ਰ ਦੇ ਵਿੱਚ ਕਿ ਇੱਕ ਕਸ਼ਮੀਰ ਦੇ ਵਿੱਚ ਇੱਕ ਪੈਗੰਬਰ ਲੇਡੀ ਰਹਿੰਦੀ ਹੁੰਦੀ ਸੀ, ਨਾਮ ਸੀ ਉਹਦਾ ਲੱਲੀ। ਉਹ ਕੱਪੜੇ ਨਹੀਂ ਸੀ ਪਾਇਆ ਕਰਦੀ। ਕਿਸੇ ਵੀ ਕਲਾਕਾਰ ਦੀ ਪਵਿੱਤਰਤਾ ਦਾ ਤਕਾਜ਼ਾ ਇਸ ਗੱਲ ਤੋਂ ਲਿਆਇਆ ਵੀ ਜਾ ਸਕਦਾ ਹੈ ਕਿ ਉਹ ਕਿਸੇ ਦਾ ਨਿਊਡ ਚਿੱਤਰ ਜੇ ਖਿੱਚਦਾ ਤਾਂ ਉਹਦੇ ਵਿੱਚ ਅਸ਼ਲੀਲਤਾ ਆਵੇ ਹੀ ਨਾ, ਬੱਚਿਆਂ ਵਰਗੀ ਪਵਿੱਤਰਤਾ ਸ਼ਾਮਲ ਹੋਵੇ। ਇਹ ਆਮ ਖਾਰੇ ਬੰਦੇ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਅਸ਼ਲੀਲਤਾ ਦਿਸੇਗੀ। ਪਰ ਭਾਈ ਵੀਰ ਸਿੰਘ ਦੀ ਲੱਲੀ ਕਵਿਤਾ ਪੜ੍ਹ ਕੇ ਦੇਖੋ, ਉਹਦੇ ਵਿੱਚੋਂ ਬੱਚਿਆਂ ਵਰਗੀ ਇੱਕ ਪਵਿੱਤਰਤਾ ਤੇ ਮਾਸੂਮੀਅਤ ਮੌਜੂਦ ਹੈ। ਉਹ ਲਿਖਦੇ ਕਸ਼ਮੀਰਨ ਲੱਲੀ ਪਈ ਆਖਦੇ ਸਾਈਂ ਇਸ਼ਕ ਪਰੋਤੀ, ਚਾੜ ਚੱਕ ਸਾਈਂ ਇਸ਼ਕ ਪਰੋਤੀ, ਨੰਗੀ ਹੋ ਬੌਰੀ ਹੋ ਫਿਰਦੀ, ਅੰਦਰੋਂ ਬਾਹਰੋਂ ਧੋਤੀ, ਚਾਣ ਚੱਕ ਕੱਪੜੇ ਵੀ ਮੰਗੇ, ਆਪਾ ਪਿਆ ਲੁਕਾਵੇ। ਤਾਂ ਅੱਗੇ ਉਹਦੀ ਵਿਆਖਿਆ ਕਰਦੇ ਆ, ਕਹਿੰਦੇ ਕਿ ਮੈਂ ਜਦੋਂ ਉਹਨੂੰ ਇਹ ਪੁੱਛਿਆ ਕਿ ਹੁਣ ਤੈਨੂੰ ਕੱਪੜਿਆਂ ਦੀ ਕੀ ਲੋੜ ਪੈ ਗਈ, ਉਹ ਕਹਿੰਦੀ ਕਿ ਮੈਨੂੰ ਦੁਨੀਆ ਦੀ ਨਜ਼ਰ ਤੋਂ ਕੱਪੜਿਆਂ ਦੀ ਲੋੜ ਨਹੀਂ। ਜਦੋਂ ਫਕੀਰੀ ਨੇ ਆਪਣੇ ਸਿਖਰ ਨੂੰ ਹਾਸਲ ਕਰ ਲਿਆ ਤੇ ਮੇਰੀ ਆਪ ਦੀ ਨਜ਼ਰ ਆਪ ਦੀ ਫਕੀਰੀ ਨੂੰ ਨਾ ਲੱਗ ਜੇ, ਇਸ ਕਰਕੇ ਕੱਪੜੇ ਭਾਲ ਲਏ। ਤਾਂ ਇਹੋ ਜਿਹਾ ਜਿਹੜਾ ਚਿੱਤਰ ਹੈ ਭਾਈ ਵੀਰ ਸਿੰਘ ਵਰਗਾ ਕੋਈ ਸਮਰੱਥ ਕਵੀ ਹੀ ਆਪਣੀ ਰਚਨਾ ਦੇ ਵਿੱਚ ਲਿਆ ਸਕਦਾ ਹੈ। ਅਦਰਵਾਈਜ਼ ਹਾਰੇ ਕਰੇ ਦੀ ਜਿਹੜੀ ਹੈ ਉਹ ਸਮਰੱਥਾ ਨਹੀਂ ਹੈ। ਅਸੀਂ ਮਾਡਰਨ ਜਾਂ ਆਧੁਨਿਕ ਦੁਨੀਆ ਦੇ ਵਿੱਚ ਆਧੁਨਿਕ ਗਿਆਨ ਦੇ ਜਦੋਂ ਰੂਬਰੂ ਹੋਏ ਤਾਂ ਭਾਈ ਵੀਰ ਸਿੰਘ ਹੋਣਾ ਨੇ ਕੱਲ ਮੈਂ ਪ੍ਰਿੰਸੀਪਲ ਸਾਹਿਬ ਦੀ ਵੀ ਇੱਕ ਇੰਟਰਵਿਊ ਸੁਣ ਰਿਹਾ ਸੀ, ਇਹਦੇ ਵਿੱਚ ਉਹਨਾਂ ਨੇ ਬਹੁਤ ਸੋਹਣਾ ਇਹਨਾਂ ਨੇ ਵੀ ਜ਼ਿਕਰ ਕੀਤਾ। ਉਹ ਕਹਿੰਦੇ ਕਿ ਜੇਕਰ ਪੰਜਾਬ ਬਚਾਉਣਾ ਤਾਂ ਸਾਨੂੰ ਐਜੂਕੇਸ਼ਨ ਦਾ ਮਾਡਲ ਡਿਵੈਲਪ ਕਰਨਾ ਪਏਗਾ, ਮਾਡਲ ਨੀਹਾਂ ਤੇ ਲਿਆਉਣਾ ਪਏਗਾ, ਤੇ ਇਹ ਪੂਰਾ ਸੱਚ ਹੈ। ਭਾਈ ਵੀਰ ਸਿੰਘ ਹੋਣਾ ਅੱਗੇ ਵੀ ਇਹੀ ਚੈਲੰਜ ਖੜਾ ਸੀ। ਤਾਂ ਉਹਨਾਂ ਨੇ ਸਾਡੇ ਲਈ ਨਵੇਂ ਐਜੂਕੇਸ਼ਨ ਸਿਸਟਮ ਦੇ ਵਿੱਚ ਪੰਜਾਬ ਦੇ ਵਸਿੰਦਿਆਂ ਨੂੰ ਮਾਰਚਿੰਗ ਕਰਵਾਉਣ ਲਈ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਿਹਾ। ਸੈਂਟਰਲ ਯਤੀਮਖਾਨਾ ਬਣਾਉਣ ਦੇ ਵਿੱਚ ਵੱਡਾ ਰੋਲ ਰਿਹਾ। ਗੁਰਮਤਿ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਿਆ ਬਣਾਉਣ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਪੰਜਾਬ ਐਂਡ ਸਿੰਧ ਵਿੱਚ ਜਿਹੜੀ ਕਿ ਅੱਜ ਭਾਰਤ ਸਰਕਾਰ ਦਾ ਅਦਾਰਾ ਹੈ, ਉਹਨਾਂ ਦੇ ਬਣਾਉਣ ਵਾਲੇ ਵੀ ਭਾਈ ਵੀਰ ਸਿੰਘ ਸੀਗੇ। ਉਸ ਤੋਂ ਇਲਾਵਾ ਕਿੰਨੇ ਹੀ ਹੋਰ ਕਾਰਜ ਨੇ ਜਿਹੜੇ ਉਹਨਾਂ ਨੇ ਸਾਡੇ ਲਈ ਕੀਤੇ, ਜਿਹਦੇ ਵਿੱਚੋਂ ਦੀ ਬਾਅਦ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਨਿਕਲਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨਿਕਲੀ। ਇਸ ਤੋਂ ਇਲਾਵਾ ਉੱਥੇ ਅੰਮ੍ਰਿਤਸਰ ਦੇ ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਕੂਲ ਤੇ ਇੰਸਟੀਚਿਊਸ਼ਨ ਇਸ ਗੱਲ ਦੀ ਸਾਡੇ ਸਾਹਮਣੇ ਉਦਾਹਰਣ ਨੇ। ਤੇ ਜੇ ਸਾਰਾ ਕੁਝ ਸਾਨੂੰ ਮਿਲਿਆ ਤਾਂ ਉਹਦੇ ਪਿੱਛੇ ਭਾਈ ਵੀਰ ਸਿੰਘ ਹੋਣਾ ਵੀ ਵੱਡੀ ਜਿਹੜਾ ਰੋਲ ਹੈ ਉਹ ਰਿਹਾ। ਇਸ ਤੋਂ ਇਲਾਵਾ ਭਾਈ ਸਾਹਿਬ ਨੇ ਜਿਹੜੇ ਪੁਰਾਤਨ ਗ੍ਰੰਥ ਸੀਗੇ, ਜਿਹਦੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਿਖੀ, ਇਸ ਤੋਂ ਇਲਾਵਾ ਹੋਰ ਕਿੰਨੇ ਸਟੀਕ ਜਿਹੜੇ ਸੀ ਉਹਨਾਂ ਦੇ ਸਾਹਮਣੇ ਆਉਂਦੇ ਆ। ਤਾਂ ਇੱਕ ਨਾਲ ਜਿਹੜਾ ਲਗਾਤਾਰ ਬਸਤੀ ਦੁਨੀਆ ਤੋਂ ਜਾਂ ਜਿਹਦੀ ਅਸੀਂ ਅਧੀਨਗੀ ਚ ਅੰਗਰੇਜ਼ਾਂ ਦੇ ਵਿੱਚ ਰਹੇ ਹਾਂ, ਤੇ ਇੱਕ ਬਸਤੀਵਾਦੀ ਚਿੰਤਨ ਨੇ ਜਿਹੜਾ ਸਾਡੇ ਅੱਗੇ ਚੈਲੰਜ ਖੜਾ ਕਰ ਦਿੱਤਾ ਸੀ। ਸਰ ਮੈਂ ਜ਼ਿਆਦਾ ਸਮਝ ਨਹੀਂ ਰਿਹਾ। ਥੈਂਕ ਯੂ। ਤਾਂ ਇੱਕ ਬਸਤੀਵਾਦੀ ਚਿੰਤਨ ਨੇ ਸਾਡੇ ਅੱਗੇ ਇੱਕ ਚੈਲੰਜ ਖੜਾ ਕੀਤਾ ਐਜੂਕੇਸ਼ਨ ਦੇ ਰੂਪ ਦੇ ਵਿੱਚ, ਤੇ
ਸਾਡੀ ਇਹ ਤਰਾਸਦੀ ਰਹੀ ਕਿ ਅਸੀਂ ਆਪਣੀਆਂ ਪਰੰਪਰਾਵਾਂ ਦੇ ਵਿੱਚੋਂ ਪੈਦਾ ਹੋਏ ਗਿਆਨ ਨੂੰ ਉਹਨਾਂ ਦੇ ਸਾਹਮਣੇ ਖੜਾ ਕਰਨ ਦੀ ਬਜਾਏ ਉਹਨਾਂ ਦੀ ਅਧੀਨਗੀ ਸਵੀਕਾਰ ਕਰਕੇ ਆਪਣੀ ਇੰਸਟੀਟਿਊਸ਼ਨਾਂ ਦੇ ਰੂਪ ਘੜਨੇ ਆਰੰਭ ਕਰ ਦਿੱਤੇ ਤੇ ਸਾਡੇ ਬਹੁਤ ਗਿਣਤੀ ਜਿਹੜੇ ਸਬਜੈਕਟ ਹੈ ਉਹਨਾਂ ਦੇ ਪਿੱਛੇ ਸਾਡੀ ਆਪ ਦੀ ਧਰਤੀ ਦਾ ਸੱਚ ਨਹੀਂ ਬੋਲ ਰਿਹਾ, ਉਹ ਕਿਤੇ ਨਾ ਕਿਤੇ ਸਾਡੇ ਉਧਾਰੇ ਲਏ ਹੋਏ ਫਿਨੋਮੇਨੇ ਦੇ ਵਿੱਚੋਂ ਹੀ ਆਪਣਾ ਰੂਪ ਅਖਤਿਆਰ ਕਰਦੇ ਆ। ਭਾਈ ਵੀਰ ਸਿੰਘ ਹੋਣਾ ਦੇ ਅੱਗੇ ਵੀ ਇਹ ਚੈਲੰਜ ਖੜਾ ਸੀ, ਤਾਂ ਉਹਦੇ ਵਿੱਚੋਂ ਦੀ ਇੱਕ ਐਗਜ਼ਾਮਪਲ ਦੇ ਕੇ ਤੇ ਉਹਨਾਂ ਦੇ ਲਿਖੇ ਹੋਏ ਜਿਹੜੇ ਚਮਤਕਾਰ ਨੇ ਉਹਨਾਂ ਦਾ ਜ਼ਿਕਰ ਕਰਕੇ ਮੈਂ ਆਪਣੀ ਗੱਲ ਨੂੰ ਸਮਾਪਤ ਕਰ ਦਵਾਂਗਾ। ਉਹ ਇਹ ਸੀ ਕਿ ਹਿਸਟਰੀ ਸਾਰੇ ਜਾਣਦੇ ਹਾਂ ਕਿ ਕੌਮਾਂ ਆਪਣੇ ਇਤਿਹਾਸ ਤੋਂ ਰਹਿਨੁਮਾਈ ਲੈਂਦੀ। ਜਨਾਬ ਕਰਨੈਲ ਸਿੰਘ ਪਾਰਸਰਾ ਮੁਹਾਲੀਆ ਦਾ ਇੱਕ ਸ਼ੇਰ ਹੈ, ਕਹਿੰਦਾ ਧਾਗਾ ਧਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਤਾਂ ਉਸ ਇਤਿਹਾਸ ਨੂੰ ਜਾਂ ਬਾਣੀ ਚ ਕਸਤਰਾ ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਤਾਂ ਇਹਦਾ ਮਤਲਬ ਹੈ ਕਿ ਕੌਮ ਨੇ ਕਿਸੇ ਵੀ ਟਾਈਮ ਦੇ ਉੱਤੇ ਆਪਣੇ ਲਈ ਉਹਦੇ ਵੀ ਕੀ ਡਿਊਟੀ ਉਹਦੀ ਕੀ ਬਣਦੀ ਆ। ਜਿੱਦਾਂ ਹਿਸਟਰੀ ਦੇ ਵਿੱਚ ਮਾਰਚਿੰਗ ਪੰਜਾਬ ਨੇ ਅੱਜ ਤੋਂ ਵੀ ਆਰੰਭ ਕੀਤੀ, ਆਦਿ ਕਾਲ ਤੋਂ ਕਰਦਾ ਆ ਰਿਹਾ ਹੈ। ਨਵੇਂ ਚੈਲੰਜ ਦੇ ਅੱਗੇ ਅਸੀਂ ਕਿਸ ਰੂਪ ਦੇ ਵਿੱਚ ਖੜੇ ਹੋਣਾ ਹੈ, ਇਹ ਸਾਨੂੰ ਹਿਸਟਰੀ ਦੇ ਵਿੱਚ ਕੀਤੀ ਹੋਈ ਮਾਰਚਿੰਗ ਸਿਖਾਉਂਦੀ ਹੈ ਤੇ ਅਸੀਂ ਆਪਣੀ ਪੋਜੀਸ਼ਨ ਧਾਰਨ ਕਰਦੇ ਹਾਂ ਕਿਸੇ ਵੀ ਚੈਲੰਜ ਦੇ ਅਗੇਂਸਟ। ਤਾਂ ਉਹਦੇ ਵਿੱਚੋਂ ਇਹ ਹੋਇਆ ਕਿ ਅੰਗਰੇਜ਼ਾਂ ਦੁਆਰਾ ਲਿਆਈ ਗਈ ਐਜੂਕੇਸ਼ਨ ਦਾ ਜਿਹੜਾ ਸਟਰਕਚਰ ਸੀ ਉਹਦੇ ਵਿੱਚ ਉਹਨਾਂ ਨੇ ਜਿਹੜਾ ਬਸਤੀਵਾਦੀ ਚਿੰਤਨ ਦੀ ਅਧੀਨਗੀ ਦੇ ਵਿੱਚ ਜਿਹੜਾ ਸਾਨੂੰ ਇਤਿਹਾਸ ਦਾ ਰੂਪ ਦਿੱਤਾ, ਉਹ ਅੱਜ ਦੀ ਤਰੀਕ ਦੇ ਵਿੱਚ ਮੈਂ ਥੋੜਾ ਜਿਹਾ ਤਰਾਸਦੀ ਨਾਲ ਹੀ ਜਾਂ ਦੁੱਖ ਨਾਲ ਕਹਿਣਾ ਪੈਂਦਾ ਕਿ ਅਸੀਂ ਉਸੇ ਹੀ ਫਿਨੋਮੇਨੇ ਨੂੰ ਲਗਾਤਾਰ ਕੰਟੀਨਿਊ ਰੱਖਿਆ ਹੋਇਆ ਤੇ ਉਹ ਬਸਤੀਵਾਦੀ ਚਿੰਤਨ ਦਾ ਕੀਤਾ ਹੋਇਆ ਅੱਜ ਦੀ ਅਕੈਡਮਿਕਤਾ ਦੇ ਵਿੱਚ ਪੜ੍ਹਾਇਆ ਜਾ ਰਿਹਾ ਇਤਿਹਾਸ ਸੀ। ਰੀਜ਼ਨ ਕਿ ਜਿਹੜਾ ਇਤਿਹਾਸ ਪੱਛਮੀ ਤਰਜੇ ਜ਼ਿੰਦਗੀ ਨੇ ਪੈਦਾ ਕੀਤਾ ਤਾਂ ਉਹਨਾਂ ਨੇ ਜਿਹੜੀ ਉਹਦੇ ਪਿੱਛੇ ਟਾਈਮ ਦੀ ਪਰਸੈਪਸ਼ਨ ਖੜੀ ਕੀਤੀ ਉਹ ਲੀਨੀਅਰ ਦਿਸ਼ਾ ਵਾਲੀ ਹੈ। ਲੀਨੀਅਰ ਦਿਸ਼ਾ ਭਾਵ ਕਿ ਤੁਸੀਂ ਇਹ ਦੇਖੋ ਕਿ ਪਹਿਲੇ ਕਿਹਾ ਜਾਂਦਾ ਕਿ ਆਦਮ ਤੇ ਹਵਾ ਦਾ ਪਤਨ, ਉਹਨਾਂ ਦਾ ਧਰਤੀ ਦਾ ਜੀਵਨ, ਉਸ ਤੋਂ ਬਾਅਦ ਕਬਰ ਦਾ ਜੀਵਨ, ਉਸ ਤੋਂ ਬਾਅਦ ਅਰਾਫਾਤ ਦੇ ਮੈਦਾਨ 'ਚ ਫੈਸਲਾ ਤੇ ਸਦੀਵੀ ਨਰਕ ਤੇ ਸਦੀਵੀ ਸਵਰਗ। ਬੰਦੇ ਨੇ ਰੀਬਰਥ ਨਹੀਂ ਹੋਣਾ, ਭਾਵ ਕਿ ਉਹ ਇੱਕ ਲੀਨੀਅਰ ਦਿਸ਼ਾ ਅਖਤਿਆਰ ਕਰਦਾ ਹੈ ਜਿਹਦੇ ਵਿੱਚ ਦੁਬਾਰਾ ਰੀਫਾਰਮ ਨਹੀਂ ਚੀਜ਼ ਹੋ ਰਹੀ। ਪਰ ਅਗਲੀ ਗੱਲ ਕਿ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ, ਬਸਤੀਵਾਦੀ ਚਿੰਤਨ ਦੇ ਪੈਦਾ ਕੀਤੇ ਹੋਏ ਇਤਿਹਾਸ ਦੇ ਵਿੱਚ ਜਦੋਂ ਗੁਰੂ ਨਾਨਕ ਨੂੰ ਉਹਦਾ ਪੱਖ ਉਹਦਾ ਸ਼ਬਦ ਕੀਤਾ ਜਾਂਦਾ ਹੈ ਤਾਂ ਉੱਥੇ ਗੁਰੂ ਨਾਨਕ ਸ਼ਬਦ ਪ੍ਰਕਾਸ਼ ਵਰਤ ਲਿਆ ਜਾਂਦਾ ਹੈ, ਪਰ ਲੀਨੀਅਰ ਡਾਈਮੈਂਸ਼ਨ ਦੇ ਵਿੱਚ ਪ੍ਰਕਾਸ਼ ਕਿਸੇ ਚੀਜ਼ ਦਾ ਨਹੀਂ ਹੁੰਦਾ। ਲੀਨੀਅਰ ਡਾਈਮੈਂਸ਼ਨ ਦੇ ਪ੍ਰਕਾਸ਼ ਉਸ ਚੀਜ਼ ਦਾ ਹੁੰਦਾ ਹੈ ਜਿਹੜੀ ਪਹਿਲਾਂ ਮੌਜੂਦ ਸੀ, ਉਸ ਤੋਂ ਬਾਅਦ ਚ ਦਰਸ਼ਤਮਾਨ ਸੰਸਾਰ ਚ ਆਈ ਤੇ ਜੋਤੀ ਜੂ ਸਰਾਪ ਕੇ ਉਹ ਮੌਤ ਦੇ ਹਵਾਲੇ ਨਹੀਂ ਹੋਈ, ਖਤਮ ਨਹੀਂ ਹੋ ਗਈ, ਉਹ ਉਹਦੇ ਵਿੱਚੋਂ ਇੱਕਮਿਕ ਹੋ ਗਈ। ਗੁਰੂ ਨਾਨਕ ਸਾਹਿਬ ਜਦੋਂ ਹਿਸਟਰੀ ਦੀ ਇਸ ਦਿਸ਼ਾ ਦੇ ਵਿੱਚ ਜਿਹੜਾ ਅਸੀਂ ਅੱਜ ਇਤਿਹਾਸ ਪੜ੍ਹ ਰਹੇ ਹਾਂ, ਇਹਦੇ ਵਿੱਚ ਅੱਜ ਜਦੋਂ ਗੁਰੂ ਨਾਨਕ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਨੂੰ 550 ਸਾਲ ਹੋ ਗਏ। ਪਰ ਭਾਈ ਨੰਦ ਲਾਲ ਗੋਇਆ ਕਹਿੰਦੇ ਆ ਕਿ ਨਾਨਕ ਦਾ ਨਕਸ਼ ਜਦੋਂ ਧਰਤੀ ਦੀ ਕ੍ਰੀਏਸ਼ਨ ਨਹੀਂ ਸੀ ਹੋਈ ਉਦੋਂ ਵੀ ਐਗਜ਼ਿਸਟ ਕਰਦਾ ਸੀ ਤੇ ਜਦੋਂ ਇਹ ਕਾਸਮੋਸ ਆਪਣੀ ਆਕਰਕ ਅਵਸਥਾ ਵਿੱਚ ਆ ਜਾਵੇਗਾ ਉਦੋਂ ਵੀ ਕਰੇਗਾ। ਤਾਂ ਫਿਰ ਉਹ ਗੁਰੂ ਨਾਨਕ ਦਾ ਉਹ ਰੂਪ ਹਿਸਟਰੀ ਦੇ ਇਸ ਥਾਂ ਦੇ ਉੱਤੇ ਆਪਣੀ ਥਾਂ ਹੀ ਨਹੀਂ ਗ੍ਰਹਿਣ ਕਰ ਪਾਉਂਦਾ ਕਿਉਂਕਿ ਗੁਰੂ ਨਾਨਕ ਲੀਨੀਅਰ ਡਾਈਮੈਂਸ਼ਨ ਦੇ ਵਿੱਚ ਆਉਂਦਾ ਹੀ ਨਹੀਂ ਹੈ। ਦੂਸਰਾ ਸਾਡੇ ਅੱਗੇ ਇੱਕ ਹੈ ਐਗਜ਼ਾਮਪਲ, ਜਿਵੇਂ ਪਹਿਲੇ ਵੀ ਜ਼ਿਕਰ ਕੀਤਾ ਕਿ ਟੋਲਸਟਾਈ ਨੇ ਆਪਣੇ ਨਾਵਲ ਵਾਰ ਐਂਡ ਪੀਸ ਦੇ ਵਿੱਚ ਕੀਤੀ ਆ। ਉਹ ਕਹਿੰਦੇ ਕਿ ਘਟਨਾਵਾਂ ਚੋਂ ਘਟਨਾਵਾਂ ਜਨਮ ਲੈਂਦੀਆਂ, ਹਰ ਘਟਨਾ ਦਾ ਸੰਬੰਧ ਆਪਣੀ ਪਿਛਲੀ ਘਟਨਾ 'ਚ ਹੁੰਦਾ ਤੇ ਉਸ ਘਟਨਾ ਦਾ ਉਸ ਤੋਂ ਪਿਛਲੀ ਘਟਨਾ 'ਚ, ਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਹੋਇਆ ਉਸ ਆਦਮ ਤੇ ਹਵਾ ਪਹਿਲੇ ਮਨੁੱਖ ਤੇ ਔਰਤ ਵੱਲ ਚਲਿਆ ਜਾਂਦਾ। ਕਹਿੰਦਾ ਕਿ ਜਦੋਂ ਧਰਤੀ ਦੇ ਉੱਤੇ ਬੰਦੇ ਨੇ ਆਪਣਾ ਪਹਿਲਾ ਕਦਮ ਰੱਖਿਆ ਇਹ ਸਾਰਾ ਕੁਝ ਉਦੋਂ ਹੀ ਨਿਰਧਾਰਿਤ ਹੋ ਗਿਆ ਸੀ। ਤਾਂ ਇਹਦਾ ਮਤਲਬ ਕਿ ਜੇ ਇਸ ਆਧਾਰ ਦੇ ਉੱਤੇ ਵੀ ਆਪਾਂ ਬਾਬੇ ਨਾਨਕ ਨੂੰ ਹਿਸਟਰੀ ਦੇ ਵਿੱਚ ਪੇਸ਼ ਕਰੀਏ ਤੇ ਬਾਬਾ ਨਾਨਕ ਘਟਨਾਵਾਂ ਦੀ ਪੈਦਾਇਸ਼ ਹੋਏਗਾ, ਬਾਬਾ ਨਾਨਕ ਪ੍ਰਕਾਸ਼ ਨਹੀਂ ਹੋਏਗਾ। ਇੱਕ ਸਾਡੇ ਕੋਲ ਫਿਨੋਮੇਨਾ ਬੜੇ ਕਮਾਲ ਦਾ ਮੈਂ ਆਮ ਕਰਕੇ ਜ਼ਿਕਰ ਕਰਦਾ ਹੁੰਦਾ ਕਿ ਜੇ ਇਤਿਹਾਸ ਇੰਨਾ ਹੀ ਜ਼ਿਆਦਾ ਮਹੱਤਵਪੂਰਨ ਹੈ, ਅਸੀਂ ਇਸਲਾਮ ਦਾ ਇਤਿਹਾਸ ਪੜ੍ਹਿਆ, ਅਸੀਂ ਸਿੱਖ ਇਤਿਹਾਸ ਪੜ੍ਹਿਆ, ਅਸੀਂ ਪੰਜਾਬ ਦਾ ਇਤਿਹਾਸ ਪੜ੍ਹਦੇ ਹਾਂ, ਵਰਲਡ ਦਾ ਇਤਿਹਾਸ ਪੜ੍ਹਦੇ ਹਾਂ, ਕ੍ਰਿਸਚੈਨਿਟੀ ਦਾ ਇਤਿਹਾਸ ਪੜ੍ਹਦੇ ਹਾਂ, ਕੀ ਕਦੇ ਕਿਸੇ ਨੇ ਹਿੰਦੂ ਇਤਿਹਾਸ ਨਾਂ ਦੀ ਕਿਤਾਬ ਦੇਖੀ? ਐਡਾ
ਇੰਪੋਰਟੈਂਟ ਸਬਜੈਕਟ ਹੋਣ ਦੇ ਬਾਵਜੂਦ ਵੀ ਕਦੇ ਇਸ ਟਾਈਟਲ ਤੋਂ ਕਿਤਾਬ ਕਿਉਂ ਨਹੀਂ ਮਿਲਦੀ? ਕੀ ਹਿੰਦੂਆਂ ਨੂੰ ਇਹ ਨਹੀਂ ਪਤਾ ਕਿ ਕੌਮਾਂ ਆਪਣੇ ਇਤਿਹਾਸ ਦੇ ਵਿੱਚੋਂ ਉਸ ਦੀ ਰੌਸ਼ਨੀ ਦੇ ਵਿੱਚ ਚੱਲ ਕੇ ਆਪਣੇ ਫੈਸਲੇ ਲੈਂਦੀਆਂ? ਤਾਂ ਗੱਲ ਕੱਲੀ ਇੰਨੀ ਕੁ ਹੁੰਦੀ ਤੇ ਸ਼ਾਇਦ ਉਹਨਾਂ ਸਮਿਆਂ 'ਚ ਜਦੋਂ ਉਹਨਾਂ ਨੇ ਰਿਗਵੇਦ ਵਰਗੇ ਗ੍ਰੰਥ ਲਿਖਤੇ, ਜਦੋਂ ਅਜੇ ਮਨੁੱਖੀ ਸੱਤਾ ਨੂੰ ਆਪਣਾ ਨੱਕ ਵੀ ਸਵਾਦ ਨਾਲ ਪੁੱਜਣਾ ਨਹੀਂ ਸੀ ਆਇਆ, ਐਡੀ ਵਿਦਵਤਾ ਵਾਲੇ ਲੋਕ ਇਸ ਗੱਲ ਤੋਂ ਅਵੇਸਲੇ ਨਹੀਂ ਸੀ ਹੋ ਸਕਦੇ। ਜੇ ਉਹਨਾਂ ਨੇ ਨਹੀਂ ਲਿਖੀ ਤਾਂ ਉਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਜਿਹੜੀ ਟਾਈਮ ਦੀ ਪਰਸੈਪਸ਼ਨ ਉਹ ਲਾਉਂਦੀ ਹੈ ਉਹ ਸਰਕੂਲਰ ਹੈ, ਉਹ ਲੀਨੀਅਰ ਨਹੀਂ ਹੈਗੀ। ਸਾਡਾ ਅਕੈਡਮਿਕਤਾ ਦਾ ਇਤਿਹਾਸ ਲੀਨੀਅਰ ਡਾਈਮੈਂਸ਼ਨ ਦੇ ਉੱਤੇ ਚੱਕ ਕੇ ਸਮੇਂ ਦੇ ਮੁਤਾਬਕ ਘਟਨਾਵਾਂ ਦੀ ਤਫਸੀਲ ਨੂੰ ਦਿੰਦਾ ਹੈ। ਪਰ ਹਿੰਦੂ ਜਿਹੜੀ ਕਹਿ ਲਓ ਕਿ ਜਿਹੜੀ ਥਾਟ ਆ ਉਹਦੇ ਵਿੱਚ ਹਿੰਦੂ ਵੀ ਨਾ ਕਹਾਂ, ਆਰੀਅਨ ਜ਼ਿਆਦਾ ਸੋਹਣੀ ਹੈ ਇਹਦੇ ਥਾਂ ਦੇ ਉੱਤੇ। ਹਿੰਦੂ ਵੀ ਇੱਕ ਸਪੈਸੀਫਿਕ ਵੱਡ ਧਰਮ ਨਾਲ ਰਿਲੇਟਡ ਹੋ ਜਾਂਦਾ ਹੈ। ਤਾਂ ਆਰੀਅਨ ਜਿਹੜੀ ਥਾਟ ਆ ਉਹ ਸਮੇਂ ਦੀ ਪਰਸੈਪਸ਼ਨ ਨੂੰ ਲੀਨੀਅਰ ਮੰਨਦੀ ਆ, ਤੇ ਲੀਨੀਅਰ ਦੇ ਵਿੱਚ ਤੁਸੀਂ ਇਹ ਦੇਖੋ ਕਿ ਉਹ ਯੁਗਾਂ ਨੂੰ ਡਿਵਾਈਡ ਕਰਦੀ ਆ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਤੁਸੀਂ ਅਗਲੀ ਉਹਦੇ ਵਿੱਚ ਕਮਾਲ ਦੇਖੋ ਕਿ ਸਤਯੁਗ ਦੇ ਵਿੱਚ ਵੀ ਵਿਸ਼ਨੂੰ ਦਾ ਅਵਤਾਰ ਹੁੰਦਾ ਹੈ, ਤ੍ਰੇਤਾ ਵਿੱਚ ਵੀ ਵਿਸ਼ਨੂੰ ਦਾ ਅਵਤਾਰ ਹੁੰਦਾ ਹੈ, ਦੁਆਪਰ ਦੇ ਵਿੱਚ ਵੀ ਵਿਸ਼ਨੂੰ ਦਾ ਅਵਤਾਰ ਹੁੰਦਾ ਤੇ ਕਲਯੁਗ ਦੇ ਵਿੱਚ ਵੀ ਵਿਸ਼ਨੂੰ ਦੇ ਅਵਤਾਰ ਦੀ ਗੱਲ ਕੀਤੀ ਜਾਂਦੀ ਹੈ। ਭਾਵ ਕਿ ਉਹ ਕਹਿੰਦੇ ਕਿ ਬੰਦਾ ਜਿੱਥੋਂ ਪੈਦਾ ਹੋਇਆ ਉਹਨੇ ਆਪਣਾ 84 ਲੱਖ ਜੂਨ ਦਾ ਸਰਕਲ ਪੂਰਾ ਕਰਕੇ ਉੱਥੇ ਹੀ ਆ ਕੇ ਸਮਾ ਜਾਣਾ ਹੈ, ਤੇ ਉਹਦੇ ਵਿੱਚ ਟਾਈਮ ਦੀ ਪਰਸੈਪਸ਼ਨ ਲੀਨੀਅਰ ਹੋਣਾ ਹੋ ਕੇ ਸਰਕੂਲਰ ਹੋ ਜਾਂਦੀ ਹੈ। ਸਰਕੂਲਰ ਡਾਈਮੈਂਸ਼ਨ ਦੇ ਵਿੱਚ ਅਵਤਾਰ ਧਾਰਨ ਤਾਂ ਹੁੰਦਾ ਹੈ, ਪਰ ਉਹ ਹੱਡ ਮਾਸ ਦੇ ਪੁਤਲੇ ਦੀ ਅਧੀਨਗੀ 'ਚ ਨਹੀਂ ਆਉਂਦਾ, ਉਹ ਮਿੱਥ ਦੇ ਗਿਲਾਫ ਦੇ ਵਿੱਚ ਹਮੇਸ਼ਾ ਰਹਿੰਦਾ ਹੈ। ਮਿੱਥ ਬੰਦੇ ਨੂੰ ਇਤਿਹਾਸ ਤੋਂ ਕਿਤੇ ਜ਼ਿਆਦਾ ਪ੍ਰਭਾਵਿਤ ਕਰਨ ਦੀ ਸਮਰੱਥਾ ਤਾਂ ਰੱਖਦੀ ਹੈ, ਪਰ ਉਹ ਜਿਹੜਾ ਇੱਕ ਫਿਜ਼ੀਕਲ ਪਿਆਰ ਹੁੰਦਾ ਹੈ, ਬੰਦਾ ਸਪਰਸ਼ ਦਾ ਅਨੁਭਵ ਜਾਂਦਾ, ਜਿੱਦਾਂ ਭਾਈ ਵੀਰ ਸਿੰਘ ਦੀਆਂ ਰਚਨਾਵਾਂ 'ਚ ਵੀ ਆਉਂਦਾ, ਕਹਿੰਦਾ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸਾਂ ਧਾਗ ਲਵਕੜੀ ਪਾਈ, ਨਿਰਾ ਨੂਰ ਤੁਸਾਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਠੀਕ ਹੈ, ਤਾਂ ਉਹਦੇ ਵਿੱਚ ਜਿਹੜਾ ਇਸ਼ਕ ਦਾ ਇਹੋ ਜਿਹਾ ਰੂਪ ਆ ਗਿਆ, ਉਹਨੇ ਆਪਣੀ ਇਸ਼ਕ ਦੇ ਦਫਾੜੇ ਮਿੱਥ ਦਾ ਗਿਲਾਫ ਖੜਾ ਕਰਕੇ ਉਹਨੂੰ ਸਰਕੂਲਰ ਡਾਈਮੈਂਸ਼ਨ ਦੇ ਵਿੱਚ ਲੈਂਦਾ, ਜਿਹੜਾ ਕਿ ਹਰ ਯੁੱਗ ਦੇ ਵਿੱਚ ਅਵਤਾਰ ਧਾਰਨ ਦੀ ਸਮਰੱਥਾ ਰੱਖਦਾ ਹੈ। ਪਰ ਜੇ ਬਾਬੇ ਨਾਨਕ ਨੂੰ ਅਸੀਂ ਇਸ ਰੂਪ ਦੇ ਵਿੱਚ ਵੀ ਦੇਖੀਏ ਤੇ ਬਾਬਾ ਨਾਨਕ ਹਿਸਟਰੀ ਦੇ ਵਿੱਚ ਮਾਰਚਿੰਗ ਵਾਲਾ ਬਾਬਾ ਨਾਨਕ ਨਹੀਂ ਬਣ ਸਕਦਾ। ਬਾਬਰ ਬਾਣੀ ਤੇ ਬਾਬੇ ਦਾ ਧਰਤੀ ਦੇ ਉੱਤੇ ਉਦਾਸੀਆਂ ਦਾ ਜਿਹੜਾ ਸਫ਼ਰ ਹੈ ਉਹ ਉਹਦੇ ਵਿੱਚ ਸਮਾ ਨਹੀਂ ਸਕਦਾ, ਕਿਉਂਕਿ ਬਾਬਾ ਫਿਜ਼ੀਕਲ ਰੂਪ ਦੇ ਵਿੱਚ ਸਾਡੇ ਕੋਲ ਆਇਆ ਸੀ। ਪਰ ਭਾਈ ਵੀਰ ਸਿੰਘ ਦੇ ਅੱਗੇ ਇਹ ਚੈਲੰਜ ਸੀ ਕਿ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਅਗਲੀਆਂ ਪੀੜ੍ਹੀਆਂ ਤੱਕ ਕਿਸ ਰੂਪ ਦੇ ਵਿੱਚ ਦੇ ਕੇ ਜਾਣਾ ਹੈ, ਜਿਹਦੇ ਵਿੱਚ ਬਾਬਾ ਨਾਨਕ ਪੂਰਾ ਦਾ ਪੂਰਾ ਸਮਾਉਂਦਾ ਹੋਵੇ ਤੇ ਸਾਡੀ ਕਹਿ ਲਓ ਕਿ ਸਾਨੂੰ ਐ ਨਾ ਲੱਗੇ ਕਿ ਕੁਝ ਘਟ ਗਿਆ ਜਾਂ ਕੁਝ ਵਧਾ ਦਿੱਤਾ ਗਿਆ। ਤਾਂ ਉਹਨਾਂ ਨੇ ਉਹਦੇ ਸਾਹਮਣੇ ਚਮਤਕਾਰਾਂ ਦਾ ਇੱਕ ਨਵਾਂ ਫਿਨੋਮੇਨਾ ਜਿਹੜਾ ਸੀ ਉਹ ਹਿਸਟਰੀ ਦੇ ਵਿੱਚ ਖੜਾ ਕੀਤਾ। ਅਸੀਂ ਹਾਲੇ ਤੱਕ ਭਾਈ ਵੀਰ ਸਿੰਘ ਦੇ ਚਮਤਕਾਰਾਂ ਨੂੰ ਇਹ ਗੱਲ ਕਹਿ ਕੇ ਰੱਦ ਕਰੀ ਜਾਂਦੇ ਆ ਕਿ ਉਹਨੇ ਸ਼ਬਦ ਚਮਤਕਾਰ ਵਰਤ ਲਿਆ, ਸ਼ਾਇਦ ਇਹਦੇ ਵਿੱਚ ਕੋਈ ਕਰਾਮਾਤਾਂ ਵਾਲੀਆਂ ਗੱਲਾਂ ਨੇ। ਭਾਈ ਵੀਰ ਸਿੰਘ ਹੋਣਾ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ ਭੂਮਿਕਾ ਲਿਖੀ ਆ, ਉਹਨਾਂ ਨੇ ਸੰਪਾਦਿਤ ਕੀਤਾ, ਉਹਦੀ ਭੂਮਿਕਾ 'ਚ ਲਿਖਦੇ ਨੇ, ਉਹ ਕਹਿੰਦੇ ਕਿ ਚਮਤਕਾਰ ਸ਼ਬਦ ਜਿਹੜਾ ਹੈ ਅਸੀਂ ਹਿਸਟਰੀ ਦੇ ਵਿੱਚੋਂ ਇਸ ਕਰਕੇ ਮਾਈਨਸ ਨਹੀਂ ਕੀਤਾ ਕਿ ਚਮਤਕਾਰ ਵਾਪਰਦੇ ਨਹੀਂ, ਇਸ ਕਰਕੇ ਮਾਈਨਸ ਕਰ ਦਿੱਤਾ ਕਿ ਹਿਸਟਰੀ ਦਾ ਜਿਹੜਾ ਫਿਨੋਮੇਨਾ ਲੀਨੀਅਰ ਡਾਈਮੈਂਸ਼ਨ ਵਾਲਾ ਉਹਦੇ ਵਿੱਚ ਚਮਤਕਾਰ ਦੀ ਥਾਂ ਨਹੀਂ ਹੈਗੀ। ਹੁਣ ਰੀਜ਼ਨ ਆ ਕਹਿੰਦੇ ਕਿ ਅੱਜ ਥਾਂ ਨਹੀਂ ਹੈਗੀ, ਪਰ ਜੇ ਕੱਲ ਨੂੰ ਟੈਕਨੋਲੋਜੀ ਨੇ ਪ੍ਰੂਫ ਕਰ ਦਿੱਤਾ ਕਿ ਚਮਤਕਾਰ ਵਾਪਰ ਲੱਗੀ ਕਰਾਂਗੇ। ਇਸ ਕਰਕੇ ਕਹਿੰਦੇ ਸਾਡੇ ਲਈ ਜ਼ਰੂਰੀ ਹੈ ਕਿ ਜੇਕਰ ਚਮਤਕਾਰ ਵਾਪਰ ਰਿਹਾ ਉਹਦੀ ਬਿਨਾਂ ਕੋਈ ਇਹ ਕਿੰਤੂ ਪਰੰਤੂ ਕੀਤਿਆਂ ਅੱਜ ਦੀ ਤਰੀਕ 'ਚ ਸਾਡੀ ਕਹਿੰਦੇ ਇੰਨੀ ਕੁ ਡਿਊਟੀ ਹੈ ਕਿ ਇਹਨੂੰ ਹੂਬਹੂ ਰੱਖ ਦਈਏ, ਫੈਸਲਾ ਅਗਲੀਆਂ ਪੀੜ੍ਹੀਆਂ ਤੇ ਛੱਡੀ ਗਈ, ਉਹ ਫੈਸਲਾ ਲੈਣਗੇ ਕਿ ਇਹ ਚਮਤਕਾਰ ਸੀ ਜਾਂ ਨਹੀਂ ਸੀ। ਹਾਂ, ਸਾਡੇ ਸਾਹਮਣੇ ਭਾਈ ਸਾਹਿਬ ਨੇ ਚਮਤਕਾਰਾਂ ਨੂੰ ਇਸ ਰੂਪ ਦੇ ਵਿੱਚ ਲਿਆਂਦਾ, ਤਾਂ ਉਹ ਸਾਡੇ ਕਹਿ ਲਓ ਕਿ ਅਸੀਂ ਸਾਡੀ ਥੋੜੀ ਜਿਹੀ ਤਰਾਸਦੀ ਵੀ ਰਹੀ ਕਿ ਅਸੀਂ ਉਹਨਾਂ ਦੇ ਚਮਤਕਾਰਾਂ ਨੂੰ ਆਧਾਰ ਬਣਾ ਕੇ ਹਿਸਟਰੀ ਦਾ ਸਟਰਕਚਰ ਖੜਾ ਨਹੀਂ ਕਰ ਸਕੇ। ਅਸੀਂ ਹਾਲੇ ਤੱਕ ਵੀ ਬਸਤੀਵਾਦੀ ਚਿੰਤਨ ਦੀ ਅਧੀਨਗੀ ਵਿੱਚ ਪੈਦਾ ਹੋਏ ਹਿਸਟਰੀ ਦੇ ਜਿਹੜਾ ਲੀਨੀਅਰ ਡਾਈਮੈਂਸ਼ਨ ਵਾਲੇ ਸਟਰਕਚਰ ਨੂੰ ਜਿਹੜਾ ਹੈ ਉਹ ਲਗਾਤਾਰ ਫੋਲੋ ਕਰਦੇ ਜਾ ਰਹੇ ਹਾਂ। ਭਾਈ ਸਾਹਿਬ ਦੀਆਂ ਗੱਲਾਂ ਹੋਰ ਵੀ ਬਹੁਤ ਜ਼ਿਆਦਾ ਨੇ, ਤਾਂ ਉਹਨਾਂ ਦੇ ਵਿੱਚੋਂ ਤੁਸੀਂ ਇਹ ਦੇਖੋ ਕਿ ਜਦੋਂ ਉਹਨਾਂ ਨੇ ਬਸਤੀਵਾਦੀ ਚਿੰਤਨ ਦਾ ਇਹੋ ਜਿਹਾ ਚੈਲੰਜ ਕਬੂਲ ਕਰਕੇ ਉਹਦੇ ਪੈਰਲਲ ਆਪਣਾ ਪੱਖ ਖੜਾ ਕਰ ਦਿੱਤਾ, ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਸਾਹਿਬ ਨੇ ਕੁਝ ਵੀ ਨਹੀਂ ਕੀਤਾ। ਅੰਗਰੇਜ਼ਾਂ ਦੀ ਲੜਾਈ ਦੀ ਜੰਗ ਚੱਲਦੀ ਸੀ, ਉਹ ਅਵੇਸਲੇ ਰਹੇ, ਕਸ਼ਮੀਰ ਘੁੰਮਦੇ ਰਹੇ। ਪਰ ਉਹਦੇ ਨਾਲ ਇੱਕ ਗੱਲ ਜੋੜਨਾ ਚਾਹੁੰਦਾ ਕਿ 1932 ਦੇ ਵਿੱਚ ਅੰਗਰੇਜ਼ਾਂ ਦੀ CID ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਦਾ ਸਭ ਤੋਂ ਖਤਰਨਾਕ ਮਨੁੱਖ ਜੇ ਕੋਈ ਪੰਜਾਬ 'ਚ ਵਸਦਾ ਹੈ ਤੇ ਉਹ ਭਾਈ ਵੀਰ ਸਿੰਘ ਹੈ।
ਤੇ ਪੰਜਾਬ ਵੀ ਆਹ ਪੰਜਾਬ ਨਹੀਂ, ਪੰਜਾਬ ਉਹ ਪੰਜਾਬ ਜਿਹੜਾ ਦਿੱਲੀ ਤੋਂ ਆਰੰਭ ਹੁੰਦਾ ਸੀ ਤੇ ਖੈਬਰ ਦਰੇ ਤੱਕ ਜਾਂਦਾ ਸੀ। ਇਸ ਸਾਰੇ ਇੰਨੇ ਵੱਡੇ ਏਰੀਏ ਵਿੱਚ 1932 ਵਿੱਚ ਭਗਤ ਸਿੰਘ ਹੁਣੀ ਵੀ ਇੱਥੇ ਤੱਕ ਜਿਉਂਦੇ ਨੇ, ਠੀਕ ਹੈ, ਉਹਨਾਂ ਨੂੰ ਫਾਂਸੀ ਦੇਣੀ ਹੈ ਜੀ। ਤਾਂ ਉਦੋਂ ਅੰਗਰੇਜ਼ਾਂ ਦੀ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦਾ ਸਭ ਤੋਂ ਖਤਰਨਾਕ ਬੰਦਾ ਭਾਈ ਵੀਰ ਸਿੰਘ ਹੈ। ਅਸੀਂ ਕਹਿੰਦੇ ਹਾਂ ਕਿ ਉਹਨੇ ਕੀਤਾ ਕੱਖ ਨਹੀਂ, ਵੀ ਅੰਗਰੇਜ਼ਾਂ ਨੂੰ ਕੀ ਉਦੋਂ ਤੋਂ ਤਕਲੀਫ ਸੀ। ਤਾਂ ਕਿਤੇ ਨਾ ਕਿਤੇ ਸਾਡੇ ਲਈ ਇੱਕ ਪ੍ਰਸ਼ਨ ਖੜਾ ਹੈ ਕਿ ਵੀ ਅੰਗਰੇਜ਼ਾਂ ਨੂੰ ਉਹ ਚੋਂ ਕੀ ਸਮਝ ਆਉਂਦਾ ਸੀ। ਉਹਨਾਂ ਨੂੰ ਸਮਝ ਇਹ ਨਹੀਂ ਕਿ ਉਹ ਦਿਸ ਦੇ ਰੂਪ ਚ ਕੋਈ ਫੈਸਲਾ ਕਰ ਰਿਹਾ ਸੀ। ਜਿਵੇਂ ਇਸ ਗੱਲ ਦੀ ਤਾਇਦ ਜਿਹੜੀ ਹੈ ਉਹ ਪ੍ਰੋਫੈਸਰ ਪੂਰਨ ਸਿੰਘ ਬਹੁਤ ਸੋਹਣੀ ਕਰਦਾ ਹੈ। ਉਹਨੇ ਇੱਕ 1935 ਦੇ ਵਿੱਚ ਮੌਕੇ ਤੇ ਵਾਇਸਰਾਏ ਨੂੰ ਇੱਕ ਓਪਨ ਲੈਟਰ ਲਿਖਿਆ, ਜਿਹੜਾ ਅੱਜ ਵੀ ਪੈਂਫਲੇਟ ਦੇ ਰੂਪ ਦੇ ਵਿੱਚ ਐਨ ਓਪਨ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ ਸਾਡੇ ਕੋਲ ਉਪਲਬਧ ਹੈਗਾ। ਉਹਦੇ ਵਿੱਚ ਉਹ ਲਿਖਦੇ ਆ ਵਾਇਸਰਾਏ ਨੂੰ, ਉਹ ਕਹਿੰਦਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਆਜ਼ਾਦੀ ਵਾਲੇ ਪਾਸੇ ਨੂੰ ਵੱਧ ਰਹੀ ਆ, ਜੇਕਰ ਇਹ ਆਜ਼ਾਦੀ ਕਾਂਗਰਸ ਨੂੰ ਇਸੇ ਹੀ ਰੂਪ ਦੇ ਵਿੱਚ ਮਿਲ ਗਈ ਤਾਂ ਉਸ ਆਜ਼ਾਦ ਭਾਰਤ ਦੇ ਵਿੱਚ ਮਾਰਸ਼ਲ ਕੌਮਾਂ ਫਾਰ ਐਗਜ਼ਾਮਪਲ ਸਿੱਖ ਇੱਕ ਨਾ ਇੱਕ ਦਿਨ ਵੱਖਰੇ ਰਾਜ ਦੀ ਮੰਗ ਕਰਨਗੇ। ਭਾਈ ਵੀਰ ਸਿੰਘ ਉਹ ਸ਼ਖਸੀਅਤ ਸੀ ਜਿਹਨੇ ਪੂਰਨ ਸਿੰਘ ਵਰਗੇ ਸਾਇੰਟਿਸਟ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਸਿੰਘ ਸਜਾ ਲਿਆ ਸੀ। ਜੇ ਉਹ ਏਡੀ ਸਮਰੱਥਾ ਰੱਖਦਾ ਸੀ ਕਿ ਉਹਨੂੰ 100 ਸਾਲਾਂ ਦਾ ਸਫ਼ਰ ਦਿਸਦਾ ਸੀ, ਤਾਂ ਤੁਸੀਂ ਇਹ ਦੇਖੋ ਕਿ ਸਿੱਖਾਂ ਵੱਲੋਂ ਵੱਖਰੇ ਰਾਜ ਦੀ ਮੰਗ 1978 ਵਿੱਚ ਹੁੰਦੀ ਆ। 1935 ਦੇ ਵਿੱਚ ਤੇ ਇਹੋ ਜਿਹਾ ਕੁਝ ਨਹੀਂ ਸੀ ਵਾਪਰਿਆ ਕਿ ਉਹਨੂੰ ਉਹ ਦਿਸ ਰਿਹਾ ਸੀ ਕਿ ਅੱਗੇ ਜਾ ਕੇ ਵਾਪਰਨ ਕੀ ਵਾਰ ਹੈ। ਫਿਰ ਉਸ ਜੰਗੇ ਆਜ਼ਾਦੀ ਦੇ ਵਿੱਚ ਜਿਹਦੇ ਵਿੱਚੋਂ ਦੀ ਸਾਨੂੰ ਦੁਬਾਰਾ ਕਿਸੇ ਸੰਘਰਸ਼ ਦੇ ਰਾਹ ਪੈਣਾ, ਤਾਂ ਭਾਈ ਵੀਰ ਸਿੰਘ ਲਈ ਕੋਈ ਮਨਾਸਬ ਨਹੀਂ ਸੀ ਕਿ ਉਸ ਆਜ਼ਾਦੀ ਦੇ ਸੰਘਰਸ਼ ਵਿੱਚ ਉਹ ਸਿੱਧਾ ਸ਼ਾਮਲ ਹੁੰਦਾ। ਹਾਲਾਂਕਿ ਅੰਗਰੇਜ਼ਾਂ ਨੂੰ ਇਹ ਗੱਲ ਸਮਝ ਆ ਰਹੀ ਸੀ ਕਿ ਸਾਡੇ ਸਾਹਮਣੇ ਜੇ ਕੋਈ ਵੱਡਾ ਚੈਲੰਜ ਖੜਾ ਕਰ ਸਕਦਾ ਪੰਜਾਬ ਦੇ ਵਿੱਚੋਂ ਤੇ ਉਹ ਵਿਅਕਤੀ ਕੌਣ ਹੈ। ਸੋ ਇੰਨੀਆਂ ਕੁ ਬੇਨਤੀਆਂ ਦੇ ਨਾਲ ਮੈਂ ਆਪਣੀ ਗੱਲ ਦੀ ਸਮਾਪਤੀ ਕਰਦਾ। ਕੁਝ ਵੱਧ ਘੱਟ ਬੋਲ ਗਿਆ ਹੋਵਾਂ ਤਾਂ ਉਹਨਾਂ ਦਾ ਡਾਕਟਰ ਜਸਲੀਨ ਕੌਰ, ਡਾਕਟਰ ਰਵਿੰਦਰ, ਅੱਜ ਦੇ ਇਸ ਸੈਮੀਨਾਰ ਦੇ ਮੁੱਖ ਵਕਤਾ ਡਾਕਟਰ ਦਵਿੰਦਰ ਸਿੰਘ, ਮੇਰੇ ਸਟਾਫ ਸਾਥੀ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਬਹੁਤ ਮਹਾਨ ਸਾਹਿਤਕਾਰ, ਬਹੁਤ ਵੱਡੀ ਸ਼ਖਸੀਅਤ ਡਾਕਟਰ ਭਾਈ ਵੀਰ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ ਦੇ ਉੱਤੇ ਉਹਨਾਂ ਨੂੰ ਸਜਦਾ ਕਰਦਾ, ਉਹਨਾਂ ਨੂੰ ਨਤਮਸਤਕ ਹੁੰਦਾ ਕਿ ਉਹਨਾਂ ਨੇ ਜਿੱਡਾ ਵੱਡਾ ਯੋਗਦਾਨ ਪੰਜਾਬੀ ਸਾਹਿਤ ਦੇ ਵਿੱਚ ਪਾਇਆ, ਉਹ ਲਾਮਿਸਾਲ ਸੀ। ਤੇ ਸੱਚਮੁੱਚ ਸੱਚ ਜਾਣੋ, ਮੈਂ ਦਿਲੋਂ ਆਖਦਾ, ਜਿਸ ਰੂਹਦਾਰੀ ਨਾਲ ਉਸ ਯੋਗਦਾਨ ਨੂੰ ਡਾਕਟਰ ਦਵਿੰਦਰ ਸਿੰਘ ਹੋਰਾਂ ਨੇ ਪੇਸ਼ ਕੀਤਾ, ਖੜੇ ਹੋ ਕੇ ਇਹਨਾਂ ਨੂੰ ਸਟੈਂਡਿੰਗ ਓਵੇਸ਼ਨ ਦੇਣੀ ਬਣਦੀ ਹੈ। ਬਹੁਤ ਕਮਾਲ ਦਾ ਇਹਨਾਂ ਨੇ ਵੰਡਰਫੁਲ ਲੈਕਚਰ। ਥੈਂਕ ਯੂ। ਤੇ ਜਦੋਂ ਇੱਕ ਵਿਦਵਾਨ ਬੁਲਾਰਾ ਜਿਹੜਾ ਵਿਸ਼ੇ ਦਾ ਮਾਹਰ ਹੋਵੇ ਉਹ ਬੋਲ ਜਾਵੇ, ਤਾਂ ਕਾਮਰਸ ਦਾ ਪੜ੍ਹਿਆ ਬੰਦਾ ਉਸ ਵਿਸ਼ੇ ਤੇ ਕੋਈ ਖਾਸ ਗੱਲ ਨਹੀਂ ਕਰ ਸਕਦਾ। ਮੈਂ ਸਿਰਫ ਡਾਕਟਰ ਭਾਈ ਵੀਰ ਸਿੰਘ ਜੀ ਦੀ ਜਿਹੜੀ ਕਸ਼ਮੀਰ ਦੀ, ਜਿਵੇਂ ਇਹਨਾਂ ਨੇ ਗੱਲ ਕੀਤੀ, ਮੈਂ 3-4 ਵਾਰੀ ਕਸ਼ਮੀਰ ਗਿਆ, ਪਰ ਇਸ ਦਫਾ ਮੈਨੂੰ ਇਹ ਲੱਗਿਆ ਕਿ ਜਿੱਥੇ ਜਿੱਥੇ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾ ਕੀਤੀ ਵੀ ਉੱਥੇ ਜ਼ਰੂਰ ਜਾਈਏ। ਉੱਥੇ ਗਏ, ਦੇਖਿਆ, ਤਾਂ ਕਸ਼ਮੀਰ ਬਾਰੇ ਉਹਨਾਂ ਦੀ ਇੱਕ ਕਵਿਤਾ ਸੀ, ਛੋਟੀ ਜਿਹੀ ਕਵਿਤਾ, ਉਹ ਸੁਣਾਵਾਂਗਾ ਤੇ ਨਾਲ ਦੀ ਨਾਲ ਹੀ ਵਿਦਾਇਗੀ ਲਵਾਂਗਾ। ਉਹ ਕਵਿਤਾ ਸੀ ਟੁਕੜੀ ਜੱਗ ਤੋਂ ਨਿਆਰੀ। ਕਸ਼ਮੀਰ ਬਾਰੇ ਸੀ ਜਨਰਲ ਕਵਿਤਾ। ਅਸੀਂ ਆਪਣੀ ਕਸ਼ਮੀਰ ਯਾਤਰਾ ਉਸ ਕਵਿਤਾ ਨਾਲ ਸ਼ੁਰੂ ਕੀਤੀ ਸੀ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ, ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਲਦੀ, ਖੁਸ਼ੀਆਂ ਛੇਬਰ ਲਾਈ, ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਕੀ ਆਇਆ। ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਕੀ ਆਇਆ। ਪਰਬਤ ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ, ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੇ ਸੁੰਦਰ, ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ, ਇਹ ਮੁੱਠੀ ਖੋਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ, ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਹੈ ਧਰਤੀ ਪਰ ਛੋਹ ਅਸਮਾਨੀ, ਹੈ ਧਰਤੀ ਪਰ ਛੋਹ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ
ਧਰਤੀ ਦੇ ਰਾ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਸਕੇ ਸੋ ਬਹੁਤ ਬਹੁਤ ਧੰਨਵਾਦ।